ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰ ਅੰਗਦ ਸ੍ਰੀ ਮੁਖ ਕਹਿਓ। ਸਭ ਇਤਿਹਾਸ ਸੁਨਾਓ। ਸ੍ਰੀ ਨਾਨਕ ਕੇ ਜਨਮ ਤੇ, ਸਕਲ ਕਥਾ ਸਮਝਾਓ। ਗੁਰ ਅੰਗਦ ਸ੍ਰੀ ਮੁਖ ਕਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਪੂਰਨ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਾਹਿਬੇ ਕਮਾਲ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ, ਜੁਗੋ ਜੁਗ ਅਟਲ। ਬਾਣੀ ਕੇ ਬੋਹਿਥ, ਗਰੀਬ ਨਵਾਜ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਸੰਧਿਆ ਦੇ ਸਮੇਂ ਤੋਂ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਨਤਮਸਤਕ ਹੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ
ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕਿਰਪਾ ਕੀਤੀ ਹੈ, ਜੋ ਆਪਾਂ ਲੜੀਵਾਰ ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਆਰੰਭ ਕੀਤੀ। ਉਸ ਕਥਾ ਦਾ ਸਾਧ ਸੰਗਤ ਜੀ ਸਮਾਂ ਹੋਇਆ ਹੈ। ਆਪ ਸੰਗਤਾਂ ਜਿਨ੍ਹਾਂ ਦੇ ਕਰਮਾਂ ਭਾਗਾਂ 'ਚ ਹੈ, ਉਹ ਗੁਰੂ ਜੀ ਦੀ ਹਜ਼ੂਰੀ ਵਿੱਚ ਸਮੇਂ ਸਮੇਂ ਨਾਲ ਜੁੜ ਕੇ ਗੁਰੂ ਜੀ ਦੇ ਇਸ ਇਤਿਹਾਸ ਦਾ ਲਾਹਾ ਪ੍ਰਾਪਤ ਕਰ ਰਹੇ ਹੈ। ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਜਿਵੇਂ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਗੁਰਿਆਈ ਤਿਲਕ ਹੈ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵਡਿਆਈ ਦੇ ਕਰਕੇ ਸਭ ਪਰਖਾਂ 'ਚੋਂ ਪਾਸ ਕਰਕੇ ਆਪ ਸੱਚਖੰਡ ਪਿਆਨਾ ਕਰ ਗਏ ਅਤੇ ਆਪਣਾ ਜਿਹੜਾ ਸਾਧ ਸੰਗਤ ਜੀ ਜਿਹੜੀ ਜੋਤ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਪ੍ਰਵੇਸ਼ ਕਰਕੇ ਅਤੇ ਆਪ ਸੱਚਖੰਡ ਪਿਆਨਾ ਕੀਤਾ। ਮਾਨੋ ਜਿਵੇਂ ਇੱਕ ਚੱਕਰਵਰਤੀ ਰਾਜਾ ਸਾਧ ਸੰਗਤ ਜੀ ਆਪਣੀ ਉਹ ਪੁਸ਼ਾਕ ਪਹਿਲੇ ਵਾਲੀ ਉਤਾਰ ਕੇ ਅਤੇ ਦੂਸਰੀ ਨਵੀਂ ਪਹਿਨ ਲੈਂਦਾ ਹੈ। ਇਸੇ ਤਰ੍ਹਾਂ ਮਾਨੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਰੀਰ ਰੂਪੀ ਜਿਹੜੀ ਹੈ ਪੁਸ਼ਾਕ ਪਹਿਲੇ ਵਾਲੀ ਤਿਆਗ ਕਰਕੇ ਅਤੇ ਭਾਈ ਲਹਿਣਾ ਜੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਰੂਪ ਕਰਕੇ ਦੂਜੀ ਪੁਸ਼ਾਕ ਪਹਿਨ ਲਈ ਸਰੀਰਕ ਰੂਪੀ। ਇਸ ਤਰ੍ਹਾਂ ਸਤਿਗੁਰੂ ਜੀ ਖਡੂਰ ਸਾਹਿਬ ਵਿਖੇ ਵਿਰਾਜਮਾਨ ਹੋਏ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ ਅਤੇ ਭਗਤੀ ਦਾ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕਰ ਰਹੇ ਹੈ। ਇੱਕ ਦਿਨ ਸਤਿਗੁਰੂ ਜੀ ਦੇ ਬੈਠਿਆਂ ਬੈਠਿਆਂ ਮਨੋਰਥ ਕੀਤਾ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮੇਸ਼ਰ ਸਰੂਪ ਹੋਏ ਹੈ ਕਿ ਉਹਨਾਂ ਨੇ ਇੰਨੇ ਜੀਵਨ ਵਿੱਚ ਇੰਨੇ ਭਰਮ ਵਿੱਚ ਫਸੇ ਹੋਏ ਲੋਕਾਂ ਨੂੰ ਸਿੱਖਿਆ ਦੇ ਕੇ ਸਮਝਾਇਆ ਸੀ। ਉਹਨਾਂ ਨੇ ਜਿਹੜੇ ਬਾਲਕ ਅਵਸਥਾ, ਜਵਾਨ ਅਵਸਥਾ ਅਤੇ 4 ਉਦਾਸੀਆਂ ਕਰਕੇ ਜਿਵੇਂ ਦੰਭ ਪਖੰਡ ਨੂੰ ਨਾਸ ਕਰਕੇ ਅਤੇ ਸਤਿਨਾਮ ਦਾ ਚੱਕਰ ਫਿਰਾਇਆ ਸੀ ਕਿ ਉਹ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕੋਈ ਕਥਾ ਹੈ ਉਹ ਜ਼ਰੂਰ ਨਾ ਬਰ ਜ਼ਰੂਰ ਲਿਖਣੀ ਚਾਹੀਦੀ ਹੈ। ਕਿ ਸਤਿਗੁਰੂ ਜੀ ਦੇ ਜੀਵਨ ਦਾ ਜੇ ਇਸ ਤਰ੍ਹਾਂ ਇਤਿਹਾਸ ਨਾ ਹੋ ਤਾਂ ਕਿਵੇਂ ਪਤਾ ਲੱਗੂਗਾ ਆਉਣ ਵਾਲੀ ਸੰਗਤ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ ਸੀ। ਇਹ ਮਨੋਰਥ ਕੀਤਾ। ਉੱਧਰ ਭਾਈ ਬਾਲਾ ਜੀ ਰਾਏ ਭੋਏ ਦੀ ਤਲਵੰਡੀ ਵਿਖੇ ਬਹੁਤੇ ਗੁਰੂ ਪਿਆਰੇ ਸਿੱਖਾਂ ਵਿੱਚ ਬੈਠ ਕੇ ਇਵੇਂ ਕਹਿ ਰਹੇ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਖੁਦਾ ਰੂਪ ਪਰਮੇਸ਼ਰ ਆਪ ਸਨ। ਹੁਣ ਪਤਾ ਨਹੀਂ ਕਿ ਉਹਨਾਂ ਨੇ ਆਪਣੀ ਗੁਰਤਾ ਦੇ ਗੱਦੀ 'ਤੇ ਕਿਸ ਨੂੰ ਵਿਰਾਜਮਾਨ ਕੀਤਾ ਬਿਠਾਇਆ ਹੈ। ਉਹ ਭਾਈ ਬਾਲਾ ਜੀ ਨੇ ਕਾਹਦਾ ਵਿਚਾਰ ਕੀਤਾ ਸਾਧ ਸੰਗਤ ਜੀ? ਮਾਨੋ ਕਿ ਉਹਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪ੍ਰੇਰਿਆ ਹੀ ਹੈ। ਸੱਚੇ ਪਾਤਸ਼ਾਹ ਜੀ ਨੇ ਉੱਧਰ ਮਨੋਰਥ ਕੀਤਾ ਹੈ, ਇੱਧਰ ਭਾਈ ਬਾਲਾ ਜੀ ਦੇ ਫੁਰਨਾ ਉੱਠ ਗਿਆ ਹੈ ਕਿ ਜਿਹੜੇ ਸਤਿਗੁਰਾਂ ਨੂੰ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਤਾ 'ਤੇ ਵਿਰਾਜਮਾਨ ਕੀਤਾ ਹੈ, ਉਹਨਾਂ ਦਾ ਦਰਸ਼ਨ ਕਰਨਾ ਚਾਹੀਦਾ ਹੈ। ਵਿੱਚੋਂ ਇੱਕ ਸਿੱਖ ਬੋਲਿਆ ਬੜਾ ਪ੍ਰੇਮੀ ਕਿ ਭਾਈ ਬਾਲਾ ਜੀ, ਹੁਣ ਸਤਿਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਆਪਣੀ ਗੁਰਤਾ 'ਤੇ ਵਿਰਾਜਮਾਨ ਕੀਤਾ ਹੈ। ਜੋ ਪਹਿਲਾਂ ਭਾਈ ਲਹਿਣਾ ਜੀ ਸਨ ਉਹ 63 ਗੋਤ ਵਿੱਚੋਂ ਹਨ
ਤੇ ਉਹ ਗੁਰਤਾ ਦੇ ਬਿਰਾਜਮਾਨ ਹੈ। ਸਭ ਤਰ੍ਹਾਂ ਨਾਲ ਜੋਗ ਵੇਖ ਕੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ 'ਤੇ ਬਿਰਾਜਮਾਨ ਕੀਤਾ ਹੈ। ਬਸ ਇੰਨਾ ਹੀ ਸੁਣਿਆ ਹੈ, ਭਾਈ ਬਾਲਾ ਜੀ ਦੇ ਅੰਗਾਂ ਵਿੱਚ ਸਮਾਉਂਦੇ ਨਹੀਂ ਹੈ। ਉਸੇ ਵੇਲੇ ਚਾਹਨਾ ਕੀਤੀ ਹੈ ਵੀ ਐਸੇ ਗੁਰਾਂ ਦਾ ਦਰਸ਼ਨ ਮੈਂ ਜਾ ਕੇ ਦੌੜ ਕੇ ਕਰਾਂ। ਭਾਈ ਬਾਲਾ ਜੀ ਨੇ ਸਾਧ ਸੰਗਤ ਜੀ ਉਸੇ ਵਕਤ ਰਾਏ ਭੋਜ ਦੀ ਤਲਵੰਡੀ ਤੋਂ ਚਾਲਾ ਮਾਰ ਦਿੱਤਾ ਅਤੇ ਸਿੱਧਾ ਹੀ ਸ੍ਰੀ ਖਡੂਰ ਸਾਹਿਬ ਆ ਗਏ। ਇੱਥੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਏ। ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਬਾਲਾ ਜੀ ਦਾ ਸੁੰਦਰ ਮੁਖਾਰ ਬਿੰਦ ਵੇਖ ਕੇ ਸਤਿ ਕਰਤਾਰ ਕਹਿ ਕੇ ਆਗਿਆ ਕੀਤੀ ਬੈਠਣ ਵਾਸਤੇ, ਅਤੇ ਕਿਹਾ ਕਿ ਭਾਈ ਗੁਰੂ ਜੀ ਦੇ ਅੰਤਰਜਾਮੀ ਹੈ। ਫਿਰ ਵੀ ਇੱਕ ਦੁਨਿਆਵੀ ਤੌਰ 'ਤੇ ਪੁੱਛਿਆ ਵੀ ਭਾਈ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਤੇਰਾ ਨਾਮ ਕੀ ਹੈ? ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਮੇਰਾ ਨਾਮ ਭਾਈ ਬਾਲਾ ਜੀ ਹੈ, ਸੰਧੂ ਗੋਦ ਵਿੱਚੋਂ ਹਾਂ, ਅਤੇ ਸੱਚੇ ਪਾਤਸ਼ਾਹ ਜੀ ਮੇਰਾ ਜਨਮ ਰਾਏ ਭੋਏ ਦੀ ਤਲਵੰਡੀ ਦਾ ਹੈ, ਉਹ ਮੇਰਾ ਦੇਸ਼ ਹੈ। ਅਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਭਾਈ ਬਾਲਾ ਜੀ ਤੁਹਾਡਾ ਮਤ ਸਿਧਾਂਤ ਕੀ ਹੈ, ਤੁਹਾਡਾ ਗੁਰੂ ਕਿਹੜਾ ਹੈ? ਭਾਈ ਬਾਲਾ ਜੀ ਨੇ ਕਿਹਾ ਕਿ ਮੇਰੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਅਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਕਿ ਭਾਈ ਬਾਲਾ ਜੀ ਕੀ ਤੁਸਾਂ ਨੇ ਗੁਰੂ ਸਾਹਿਬ ਜੀ ਦਾ ਦਰਸ਼ਨ ਦੇਖਿਆ ਹੈ? ਕੀ ਦਰਸ਼ਨ ਕੀਤੇ ਤੁਸਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ? ਭਾਈ ਬਾਲਾ ਜੀ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਗੁਰੂ ਅੰਗਦ ਦੇਵ ਮਹਾਰਾਜ ਜੀ ਮੇਰੀ ਤੇ ਮੈਂ ਉਹਨਾਂ ਤੋਂ ਦੁਨਿਆਵੀ ਉਮਰਾਂ ਵਿੱਚੋਂ ਜਿਹੜੀ ਸਰੀਰ ਦੀ ਉਮਰ ਆ 3 ਸਾਲ ਮੇਰੀ ਵਡੇਰੀ ਸੀ। ਮੈਂ ਤੇ ਸਤਿਗੁਰਾਂ ਨਾਲ ਬਚਪਨਾ ਜਵਾਨੀ ਅਤੇ ਜਿੰਨੇ ਦੇਸ਼ਾਂ ਵਿੱਚ ਗੁਰੂ ਜੀ ਨੇ ਰਟਨ ਕੀਤਾ ਹੈ ਨਾਲ ਨਾਲ ਹੀ ਰਹੇ ਹਾਂ। ਇਕੱਠੇ ਮਹਾਰਾਜ ਜੀ ਨਾਲ ਖੇਡਦੇ ਰਹੇ ਹਾਂ ਰਾਏ ਭੋਏ ਦੀ ਤਲਵੰਡੀ ਦੀ ਗਲੀਆਂ ਵਿੱਚ। ਜਦੋਂ ਇਹ ਸਾਰਾ ਕੁਝ ਦੱਸਿਆ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਸਾਧ ਸੰਗਤ ਜੀ ਉਸੇ ਵਕਤ ਕਿ ਸਾਡੇ ਨਾਥ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਬਾਲਾ ਜੀ ਨੇ ਦਰਸ਼ਨ ਕੀਤੇ ਹੈ, ਤਖਤ ਤੋਂ ਬੜੀ ਛੇਤੀ ਨਾ ਉੱਠੇ ਹੈ, ਭਾਈ ਬਾਲਾ ਜੀ ਨੂੰ ਘੁੱਟ ਕੇ ਜੱਫੀ ਪਾ ਲਈ, ਆਪਣੇ ਕੰਠ ਨਾਲ ਲਾ ਲਿਆ ਹੈ। ਉਹ ਪ੍ਰੇਮ ਦੇ ਕਰਕੇ ਪ੍ਰੇਮ ਦੇ ਉਛਾਲ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨੇਤਰਾਂ ਵਿੱਚੋਂ ਜਾਲੀ ਕਰੀ ਜਾਂਦਾ ਹੈ, ਵਿਰਾਗ ਹੀ ਕਰੀ ਜਾਂਦੇ ਮਹਾਰਾਜ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਨੇਤਰਾਂ 'ਚੋਂ ਜਾਲ ਵਹੀ ਜਾਂਦਾ ਹੈ। ਕੁੱਟ ਕੇ ਜੱਫੀ ਪਾਈ ਹੈ ਕਿ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤਾ ਹੈ। ਧੰਨ ਹੋ ਤੁਸੀਂ ਭਾਈ ਬਾਲਾ ਜੀ, ਬੜਾ ਵਿਰਾਗ ਕੀਤਾ। ਅਤੇ ਭਾਈ ਬਾਲਾ ਜੀ ਨੂੰ ਫਿਰ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦੇ ਕੌਤਕ ਪੁੱਛੇ। ਭਾਈ ਬਾਲਾ ਜੀ ਨੇ ਦੱਸਿਆ ਥੋੜ੍ਹਾ ਸ਼ਾਮ ਦਾ ਸਮਾਂ ਹੋਇਆ, ਰਾਤ ਪੈ ਗਈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਨਿੱਜੀ ਸਥਾਨ 'ਤੇ ਜਾ ਕੇ ਸਮਾਧੀ ਵਿੱਚ ਸਥਿਤ ਹੋ ਗਏ। ਇੱਧਰ ਭਾਈ ਬਾਲਾ ਜੀ ਜੋ ਸੰਗਤ ਜਿੱਥੇ ਬਹੁਤ ਸਾਰੀ ਮਿਲ ਕੇ ਵਿਰਾਜਮਾਨ ਸੀ ਉਸੇ ਥਾਂ 'ਤੇ ਭਾਈ ਬਾਲਾ ਜੀ ਚਲੇ ਗਏ ਅਤੇ ਉੱਥੇ ਸੰਗਤਾਂ ਵਿੱਚ ਮਿਲੇ ਹੈ। ਗੁਰੂ ਨਾਨਕ ਸਾਹਿਬ ਜੀ ਦੀ ਕਥਾ ਰਾਤ ਸਾਰਾ ਹੀ ਸੁਣਾਈ ਹੈ। ਸੰਗਤਾਂ ਨੂੰ ਬਹੁਤ ਚੰਗੇ ਲੱਗੇ ਭਾਈ ਬਾਲਾ ਜੀ। ਇੱਧਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੰਦਰ ਐਸਾ ਵਿਰਾਗ ਪੈਦਾ ਹੋਇਆ ਹੈ ਫਿਰ, ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਸਮਾਧੀ 'ਚ ਲੀਨ ਹੈ। ਰਾਤ ਆਸਣ 'ਤੇ ਬੈਠ ਗਏ ਇੱਕ ਸਮਾਨ, ਅਤੇ ਸਾਧ ਸੰਗਤ ਜੀ ਬੈਠਿਆਂ ਦਿਨ ਹੀ ਚੜ੍ਹ ਗਿਆ ਹੈ। ਐਸਾ ਧਿਆਨ ਧਰਿਆ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ। ਫਿਰ ਉਹ ਦਿਨ ਚੜ੍ਹ ਆਇਆ। ਸਿੱਖ ਨੇ ਦੱਸਿਆ ਕਿ ਮਹਾਰਾਜ ਜੀ ਸਮਾਧੀ ਦੇ ਵਿੱਚੋਂ ਉਥਾਨ ਹੋ ਅਤੇ ਦਿਨ ਚੜ੍ਹ ਗਿਆ ਹੈ।
ਗੁਰੂ ਅੰਗਦ ਦੇਵ ਸਾਹਿਬ ਜੀ ਸੱਜ ਧੱਜ ਕੇ ਤਿਆਰ ਬਰ ਤਿਆਰ ਹੋ ਕੇ ਫਿਰ ਸੁੰਦਰ ਦੀਵਾਨਾਂ ਵਿੱਚ ਆਏ ਹੈ। ਭਾਈ ਬਾਲਾ ਜੀ ਨੂੰ ਬੁਲਵਾਇਆ ਹੈ ਕੋਲ। ਸਿੱਖ ਭਾਈ ਬਾਲਾ ਜੀ ਨੂੰ ਲੈ ਕੇ ਆਇਆ। ਆ ਕੇ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਚੌਂਕੜਾ ਮਾਰ ਕੇ ਬਿਰਾਜਮਾਨ ਹੋ ਗਏ। ਅੱਗੇ ਜਿਵੇਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਭਾਈ ਬਾਲਾ ਜੀ ਨੂੰ ਫਿਰ ਉਹ ਬਚਨ ਕਹਿ ਰਹੇ ਹੈ। ਭਾਈ ਬਾਲਾ ਜੀ ਕਿਵੇਂ ਅੱਗੋਂ ਜਵਾਬ ਦੇ ਰਹੇ ਹੈ, ਬੇਨਤੀ ਪੂਰਵਕ ਹੋ ਕੇ ਉਹ ਕਥਾ ਆਪਾਂ ਸਰਵਣ ਕਰੀਏ। ਇਸ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ। ਬੜੇ ਪਿਆਰ ਸਤਿਕਾਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰ ਅੰਗਦ ਸ੍ਰੀ ਮੁਖ ਕਹਿਓ। ਗੁਰੂ ਅੰਗਦ ਦੇਵ ਮਹਾਰਾਜ ਜੀ ਇਸ਼ਨਾਨ ਕਰਕੇ ਤਖਤਾਂ ਉੱਪਰ ਬਿਰਾਜਮਾਨ ਹੋ ਗਏ ਅਤੇ ਸਿੱਖ ਨੂੰ ਕਿਹਾ ਕਿ ਭਾਈ ਬਾਲਾ ਜੀ ਨੂੰ ਬੁਲਾ ਕੇ ਲਿਆਓ। ਭਾਈ ਬਾਲਾ ਜੀ ਨੂੰ ਬੁਲਾ ਕੇ ਲਿਆਂਦਾ। ਭਾਈ ਬਾਲਾ ਜੀ ਬੜੀ ਛੇਤੀ ਆਏ, ਗੁਰੂ ਜੀ ਦੇ ਚਰਨ ਕਮਲਾਂ 'ਤੇ ਨਮਸਕਾਰ ਕੀਤੀ ਅਤੇ ਚੌਂਕੜਾ ਮਾਰ ਕੇ ਬੈਠ ਗਏ ਸਾਹਮਣੇ। ਤਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਐਵੇਂ ਮੁਖਾਰ ਬਿੰਦ ਤੋਂ ਕਿਹਾ, ਸਭ ਇਤਿਹਾਸ ਸੁਣਾਓ ਕਿ ਐ ਭਾਈ ਬਾਲਾ ਜੀ, ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਾਲਕ ਲੀਲਾ, ਇਸੇ ਤਰ੍ਹਾਂ ਜਵਾਨ ਅਵਸਥਾ, ਜੋ ਦੇਸ਼ਾਂ ਵਿੱਚ ਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ, ਇਹ ਸਾਰੀ ਕਥਾ ਸੁਣਾਓ ਜੀ। ਸ੍ਰੀ ਨਾਨਕ ਕੇ ਜਨਮ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆ ਜਨਮ ਤੋਂ ਲੈ ਕੇ ਸਕਲ ਕਥਾ ਸਮਝਾਓ। ਸਾਰੀ ਜਿਹੜੀ ਕਥਾ ਹੈ ਉਹ ਭਾਈ ਬਾਲਾ ਜੀ ਆਪਣੀ ਸੁੰਦਰ ਰਸਨਾ ਤੋਂ ਉਚਾਰ ਕਰਕੇ ਆ ਸਮਝਾਓ ਬੁਝਾਓ ਸਾਨੂੰ। ਚੌਪਈ ਬਾਲੇ ਗੁਰ ਪ੍ਰਤ ਗਿਰਾ ਉਚਾਰੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਜਿਹੜਾ ਮਿਲਾਪ ਕੀਤਾ ਸੀ ਉਹ ਤੇ ਕਰਤਾਰਪੁਰ ਸਾਹਿਬ ਕੀਤਾ ਸੀ। ਪਰ ਜਿਹੜੇ ਬਾਲ ਲੀਲਾ ਸੀ ਤੇ ਇਸੇ ਤਰ੍ਹਾਂ ਗੁਰੂ ਜੀ ਦੇ ਜਵਾਨ ਅਵਸਥਾ ਦੇ ਲੀਲਾ ਤੇ ਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ, ਉਹਦੇ ਬਾਰੇ ਗੁਰੂ ਸਾਹਿਬ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ। ਭਾਈ ਬਾਲਾ ਜੀ ਨੇ ਗੁਰੂ ਜੀ ਦੇ ਬਚਨ ਸੁਣ ਕੇ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਤਾਈਂ ਇਸ ਤਰ੍ਹਾਂ ਬਚਨ ਕਹੇ, ਜਨਮ ਕਥਾ ਅਨਜਾਨ ਅਗਾਰੀ। ਕਿਹਾ ਕਿ ਸਤਿਗੁਰੂ ਜੀ, ਜੋ ਸਤਿਗੁਰੂ ਨਾਨਕ ਸਾਹਿਬ ਜੀ ਦੀ ਆ ਮੁੱਢਲੀ ਪਹਿਲੀ ਕਥਾ ਜਨਮ ਦੀ ਅਵਤਾਰ ਦੀ ਕਥਾ ਸੱਚੇ ਪਾਤਸ਼ਾਹ ਜੀ ਉਸ ਤੋਂ ਮੈਂ ਅਣਜਾਣ ਹਾਂ, ਕਿਉਂਕਿ ਮੈਂ 3 ਸਾਲ ਹੀ ਮਹਾਰਾਜ ਵੱਡਾ ਸਾਂ ਅਤੇ ਗੁਰੂ ਜੀ ਨਾਲ ਹੀ ਖੇਡਦੇ ਰਹੇ ਹਾਂ। ਇਸ ਤਰ੍ਹਾਂ ਬਚਪਨ ਦੀ ਕਥਾ ਬਾਰੇ ਮਹਾਰਾਜ ਮੈਨੂੰ ਕੋਈ ਗਿਆਤ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਮੁੱਢਲੀ ਕਥਾ ਦੇ ਅਸੀਂ ਅਣਜਾਣ ਹਾਂ, ਸਾਨੂੰ ਪਤਾ ਨਹੀਂ ਹੈ। ਬਹੁਤ ਨਰਨ ਤੇ ਇਹ ਬਿਦ ਸੁਣੀ। ਪਰ ਫਿਰ ਵੀ ਬਹੁਤ ਹੀ ਜਿਹੜੇ ਮਨੁੱਖ ਹੈ, ਗੁਰੂ ਕੇ ਸਿੱਖ ਗੁਰੂ ਨਾਨਕ ਸਾਹਿਬ ਜੀ ਨੂੰ ਉਸ ਵਕਤ ਜਿਹੜੇ ਦੇਖਦੇ ਰਹੇ ਹੈ, ਉਹਨਾਂ ਤੋਂ ਬਹੁਤੇ ਤਰੀਕਿਆਂ ਨਾਲ ਜੋ ਸੁਣੀ ਹੈ ਕਥਾ, ਸੋ ਤੁਮ ਪਾਸ ਬਖਾਨਤ ਗੁਣੀ। ਮਹਾਰਾਜ ਉਹ ਮੈਂ ਜਿੰਨੀ ਕੁ ਮੈਨੂੰ ਯਾਦ ਹੈ ਸੋਚ ਵਿਚਾਰ ਕੇ ਆਪ ਜੀ ਨੂੰ ਉਹ ਕਥਾ ਕਹਿੰਦਾ ਹਾਂ। ਉਰਜ ਮਾਸ ਕੀ ਪੂਰਨਮਾਸ਼ੀ। ਸੱਚੇ ਪਾਤਸ਼ਾਹ ਜੀ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੈ, ਉਹ ਆ ਕੱਤਕ ਦੀ ਜਿਹੜੀ ਪੂਰਨਮਾਸ਼ੀ ਸੀ। ਬਿਨਸਤ ਸਪਤ ਨਛੱਤਰ 84। ਤੇ ਕੱਤਕ ਦੀ ਪੂਰਨਮਾਸ਼ੀ ਨੂੰ ਸਤਿਗੁਰ ਜੀ ਦਾ ਅਵਤਾਰ 1526 ਬਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ
ਤੇ ਇਵੇਂ ਬਿੰਸਤ ਸਪਤ 20 ਤੇ 7 27 ਨਛੱਤਰਾਂ ਵਿੱਚੋਂ ਅਨੁਰਾਧਾ ਨਛੱਤਰ ਤੇ ਗੁਰੂ ਜੀ ਆ ਸ੍ਰੇਸ਼ਟ ਰਾਸ ਸੀ 12 ਰਾਸਾਂ ਵਿੱਚੋਂ। ਔਰ ਸੁਣੀ ਸੋ ਕਰੋ ਉਚਾਰੀ। ਹੋਰ ਵੀ ਜੋ ਮੈਂ ਗੁਰੂ ਕੇ ਸਿੱਖਾਂ ਪਾਸੋਂ ਉਹ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣੀ ਹੈ, ਉਹ ਵੀ ਆਪ ਜੀ ਦੇ ਸਨਮੁਖ ਰੱਖਦਾ ਕਹਿੰਦਾ ਹਾਂ। ਪਤਰੀ ਜਨਮ ਲਿਖੀ ਦਿਜ ਸਾਰੀ। ਬਾਕੀ ਵੀ ਮਹਾਰਾਜ ਜੀ ਜਿਹੜੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਦੀ ਜਿਹੜੀ ਜਨਮ ਪੱਤਰੀ ਹੈ, ਜਦੋਂ ਗੁਰੂ ਸਾਹਿਬ ਜੀ ਮਾਤਾ ਤ੍ਰਿਪਤਾ ਦੇਵੀ ਜੀ ਦੇ ਕੁੱਖ ਤੋਂ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਨ ਕੀਤਾ ਹੈ, ਤੇ ਉਸ ਵਕਤ ਹਰਦਿਆਲ ਪੰਡਿਤ ਜਿਹੜਾ ਬ੍ਰਾਹਮਣ ਸੀ, ਉਸ ਨੇ ਇਹ ਸਾਰੀ ਜਿਹੜੀ ਪੱਤਰੀ ਲਿਖੀ ਸੀ। ਕਾਲੂ ਨਾਨਕ ਜਨਕ ਜਨੀਜੈ। ਜੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਹੈ, ਜਿਨ੍ਹਾਂ ਦਾ ਨਾਮ ਬਾਬਾ ਕਲਿਆਣ ਚੰਦ ਸੀ, ਤੇ ਲਾਡ ਪਿਆਰ ਨਾਲ ਕਾਲੂ ਦਾਸ ਵੀ ਕਹਿ ਲੈਂਦੇ ਸੀ। ਉਹ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਜਾਣ ਲੀਜੀਏ। ਧਾਮ ਮਦ ਤੇ ਧਰੀ ਲਖੀਜੈ। ਉਹਨਾਂ ਦੇ ਘਰ ਵਿੱਚ ਹੀ ਆ ਰਾਏ ਭੋਏ ਦੀ ਤਲਵੰਡੀ ਵਿਖੇ ਤੇ ਜਿਹੜੇ ਸਤਿਗੁਰੂ ਨਾਨਕ ਮਹਾਰਾਜ ਜੀ ਦੇ ਅਵਤਾਰ ਸਮੇਂ ਦੀ ਜਨਮ ਪੱਤਰੀ ਹੈ, ਉਹ ਉੱਥੇ ਹੀ ਰੱਖੀ ਹੈ। ਭਾ ਪਰਲੋਕ ਕਾਲ ਬਹੁ ਕਾਲੂ। ਇਸ ਤਰ੍ਹਾਂ ਬਹੁਤ ਸਮਾਂ ਹੋ ਗਿਆ ਹੈ, ਤੇ ਜੋ ਬਾਬਾ ਕਾਲੂ ਜੀ ਹਨ, ਉਹ ਤੇ ਆ ਪਰਲੋਕ ਨੂੰ ਗਮਨ ਕਰ ਗਏ ਆ, ਸੱਚਖੰਡ ਗਮਨ ਕਰ ਗਏ ਹਨ। ਜੀਵਤ ਅਨੁਜ ਨਾਮ ਤੇ ਲਾਲੂ। ਤੇ ਜਿਨ੍ਹਾਂ ਦੇ ਅਜੇ ਜਿਹੜੇ ਛੋਟੇ ਭਰਾ ਹੈ, ਜਿਨ੍ਹਾਂ ਦਾ ਨਾਮ ਬਾਬਾ ਲਾਲੂ ਜੀ ਹੈ, ਉਹ ਹਜੇ ਜਿਉਂਦੇ ਹਨ। ਦੋਹਰਾ ਬ੍ਰਿਧ ਬੈਸ ਬਪ ਬਲ। ਇਸ ਤਰ੍ਹਾਂ ਸਤਿਗੁਰੂ ਜੀ ਉਹਨਾਂ ਦੀ ਜਿਹੜੀ ਹੈ ਨਾ ਬ੍ਰਿਧ ਬੈਸ ਬਪ ਬਲ ਬਿਨਾ, ਉਹ ਵੀ ਬੜੇ ਬਿਰਧ ਹੋ ਗਏ ਹੈ, ਉਮਰ ਉਹਨਾਂ ਦੀ ਵੱਡੀ ਹੋ ਗਈ ਹੈ, ਸਰੀਰ ਵੀ ਜਿਹੜਾ ਬਲ ਤੋਂ ਬਿਨਾ ਹੋ ਗਿਆ, ਕਮਜ਼ੋਰ ਹੋ ਗਏ ਬਹੁਤ ਹੁਣ। ਬੀਤੇ ਬਰਖ ਵਿਸਾਲ। ਬਹੁਤ ਜਿਹੜੇ ਸਾਲ ਉਹ ਬੀਤ ਗਏ, ਵੱਡੀ ਉਮਰ ਹੋ ਗਈ ਹੈ, ਯਾਨੀ ਕਿ 100 ਸਾਲ ਦੇ ਨੇੜੇ ਤੇੜੇ ਹੋ ਗਏ ਹਨ। ਤਲਵੰਡੀ ਮਹਿ ਸਦਨ ਤਿਸ। ਉਹਨਾਂ ਦਾ ਜਿਹੜਾ ਘਰ ਹੈ, ਉਹ ਰਾਏ ਭੋਏ ਦੀ ਤਲਵੰਡੀ, ਯਾਨੀ ਮਹਾਰਾਜ ਜਿੱਥੇ ਦਾ ਮੈਂ ਹਾਂ ਉੱਥੇ ਹੀ ਹੈ ਉਹਨਾਂ ਦਾ ਘਰ। ਸੁਨਹੁ ਸ਼੍ਰਵਣ ਗੁਰਦਿਆਲ। ਤੇ ਸਤਿਗੁਰੂ ਮਹਾਰਾਜ ਦਿਆਲੂ ਗੁਰੂ ਜੀ ਆ, ਆਪਣੇ ਸੁੰਦਰ ਜਿਹੜੇ ਹੈ ਸਰਵਣ ਹੈ, ਉਹਨਾਂ ਦੇ ਵਿੱਚ ਸੁਣੋ। ਚੌਪਈ ਸ੍ਰੀ ਅੰਗਦ ਸੁਣਾ ਔਰ ਬਹੁ ਹਰਖਾ। ਜਦੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਸੁਣਿਆ ਕਿ ਗੁਰੂ ਜੀ ਦੀ ਜਿਹੜੀ ਜਨਮ ਪੱਤਰੀ ਹੈ ਅਵਤਾਰ ਸਮੇਂ ਦੀ, ਤੇ ਉਹ ਤੇ ਵੀ ਰਾਏ ਭੋਏ ਦੀ ਤਲਵੰਡੀ ਵਿੱਚ ਹੈ, ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਹਿਰਦੇ ਵਿੱਚ ਬਹੁਤ ਹੀ ਪ੍ਰਸੰਨ ਆਨੰਦ ਹੋਏ ਹੈ। ਪਰਮ ਪ੍ਰੇਮ ਜਿਉ ਜਲ ਧਰ ਬਰਖਾ। ਬਹੁਤਾ ਹੀ ਪ੍ਰੇਮ ਕੀਤਾ ਹੈ, ਜਿਵੇਂ ਜਲ ਧਰ ਜਿਹੜੇ ਬੱਦਲ ਹੈ, ਤੇ ਉਹ ਪ੍ਰੇਮ ਵਿੱਚ ਖੁਸ਼ੀ ਵਿੱਚ ਆ ਕੇ ਬਹੁਤੀ ਵਰਖਾ ਕਰਦੇ ਹੈ। ਬੋਲੇ ਗਿਰਾ ਰਸਾਲ ਕਿਰਪਾਲਾ। ਇਸ ਤਰ੍ਹਾਂ ਸਤਿਗੁਰੂ ਅੰਗਦ ਦੇਵ ਮਹਾਰਾਜ ਦਿਆਲੂ ਕਿਰਪਾਲੂ ਗੁਰੂ ਜੀ ਬੜੇ ਸੁੰਦਰ ਬਚਨ ਬੋਲੇ ਹੈ। ਕਿਤ ਬਿਦ ਲੀਜੈ ਪਤਰੀ ਬਾਲਾ। ਕਿਹਾ ਹੈ ਕਿ ਭਾਈ ਬਾਲਾ ਜੀ, ਜਿਹੜੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਸਮੇਂ ਦੀ ਜਨਮ ਪੱਤਰੀ ਹੈ, ਭਾਵ ਜੀ ਦੇ ਵਿੱਚ ਥਿਤ ਵਾਰ ਕਿਹੜੀ ਸੁਧੀ ਸੀ, ਕਿਹੜਾ ਦਿਨ ਸੀ, ਕਿਹੜੀ ਸੰਮਤ, ਕਿਹੜੀ ਤਰੀਕ, ਇਵੇਂ ਜਿਸ ਦੇ ਵਿੱਚ ਲਿਖਿਆ ਜਨਮ ਪੱਤਰੀ।
ਵੀ ਉਹ ਭਾਈ ਬਾਲਾ ਜੀ ਆ ਕਿਸ ਤਰ੍ਹਾਂ ਨਾਲ ਜਿਹੜੀ ਹੈ ਪ੍ਰਾਪਤ ਹੋਵੇ, ਕਿਸ ਤਰ੍ਹਾਂ ਸਾਡੇ ਹੱਥਾਂ ਵਿੱਚ ਆਵੇ। ਐਸਾ ਕੌਣ ਮੀਤ ਸਿੱਖ ਹੋਈ, ਐਸਾ ਕੌਣ ਹੈ ਮਿੱਤਰ ਸਿੱਖ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਵੀ ਇਹ ਕਾਰਜ ਕਰ ਦਵੇ। ਪਤਰੀ ਕੋ ਦਰਸਾਵਹਿ ਜੋਈ, ਜੋ ਗੁਰੂ ਸਾਹਿਬ ਜੀ ਦੇ ਅਵਤਾਰ ਸਮੇਂ ਦੀ ਜਨਮ ਪੱਤਰੀ ਹੈ ਉਹਨੂੰ ਲੈ ਆਵੇ ਤੇ ਆ ਸਾਨੂੰ ਉਸ ਦਾ ਦਰਸ਼ਨ ਦਿਖਲਾਵੇ। ਬਾਲਾ ਕਹੈ ਖੋਜ ਜੋ ਕੀਜੈ, ਭਾਈ ਬਾਲਾ ਜੀ ਕਹਿੰਦੇ ਐ ਸਤਿਗੁਰੂ ਜੀ ਉਹ ਜਿਹੜੀ ਜਨਮ ਪੱਤਰੀ ਹੈ ਜੇ ਕੋਈ ਆ ਮਿਲ ਜੁਲ ਕੇ ਤੇ ਉਹਦੀ ਖੋਜ ਭਾਲਣਾ ਭਾਵ ਢੂੰਡ ਤਾਈ ਕਰੇ ਤੋ ਨਹਚੈ ਪਤਰੀ ਕਰ ਲੀਜੈ। ਤਾਂ ਮੈਨੂੰ ਮਹਾਰਾਜ ਨਿਹਚਾ ਹੀ ਹੈ, ਮੈਨੂੰ ਭਰੋਸਾ ਹੀ ਹੈ ਕਿ ਉਹ ਜਿਹੜੀ ਸਤਿਗੁਰ ਜੀ ਦੇ ਜਨਮ ਪੱਤਰੀ ਹੈ ਉਹ ਜੀ ਆਪ ਜੀ ਦੇ ਹੱਥ ਵਿੱਚ ਆ ਜਾਏਗੀ, ਆਪ ਆਪਣੇ ਹੱਥਾਂ ਵਿੱਚ ਪ੍ਰਾਪਤ ਕਰ ਲਓਗੇ। ਲਾਲੂ ਆਲਾ ਮਿਲ ਕਰ ਤਾਸੂ, ਇਸ ਤਰ੍ਹਾਂ ਸਤਿਗੁਰੂ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਸਨ ਭਾਈ ਲਾਲੂ ਜੀ ਜੋ ਬੜੇ ਬਜ਼ੁਰਗ ਹੋਏ ਹੈ ਉਹਨਾਂ ਨਾਲ ਉਹਨਾਂ ਦੇ ਘਰ ਵਿੱਚ ਮਿਲ ਕਰਕੇ ਪੁਜਵਾਵਹਿ ਜਬ ਤਿਹ ਕੇ ਪਾਸੂ, ਜਦੋਂ ਉਹਨਾਂ ਦੇ ਪਾਸ ਜਾ ਕੇ ਕੋਈ ਸਿੱਖ ਅਲ ਬਵਾਵੇਗਾ ਉਹ ਪੱਤਰੀ ਤੇ ਯਕੀਨਨ ਹੈ ਕਿ ਉਹ ਹੱਥ ਵਿੱਚ ਆ ਜਾਏਗੀ। ਤੋ ਕਰ ਆਵਹਿ ਪਠਵਹੁ ਕੋਈ, ਮਹਾਰਾਜ ਉਹ ਤਾਂ ਤੁਹਾਡੇ ਹੱਥਾਂ ਵਿੱਚ ਆ ਜਾਵੇਗੀ। ਤੁਹਾਨੂੰ ਛੇਤੀ ਜਿਹੜਾ ਕੋਈ ਨਾ ਕੋਈ ਸਿੱਖ ਆ ਭੇਜਣਾ ਚਾਹੀਦਾ, ਭੇਜੀਏ ਜੀ। ਫੇਰ ਹੋ ਪੂਰ ਮਨੋਰਥ ਹੋਈ, ਫਿਰ ਮਹਾਰਾਜ ਆਪ ਜੀ ਸਤਿਗੁਰ ਜੀ ਦੇ ਅਵਤਾਰ ਸਮੇਂ ਦੀ ਜਨਮ ਪੱਤਰੀ ਦੇ ਦਰਸ਼ਨ ਕਰ ਲਓਗੇ ਤੇ ਤੁਹਾਡਾ ਜਿਹੜਾ ਮਨੋਰਥ ਹੈ ਉਹ ਮਨ ਦਾ ਪੂਰਾ ਹੋ ਜਾਏਗਾ। ਦੋਹਰਾ ਸ੍ਰੀ ਅੰਗਦ ਭਾਖੀ ਗਿਰਾ, ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਵੇਂ ਬਾਣੀ ਆਖੀ ਆ, ਬਚਨ ਕਹੇ ਆ ਭਾਈ ਬਾਲਾ ਜੀ ਨੂੰ। ਹੋਵਹਿ ਤੁਮ ਤੇ ਕਾਮ, ਕਿਆ ਹੈ ਕਿ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਐਸਾ ਕਿਹੜਾ ਮਿੱਤਰ ਹੈ, ਭਾਵ ਉਹ ਤੇ ਕੋਈ ਨਹੀਂ ਹੈ, ਇਹਦੇ ਜਿਹੜੇ ਹੈ ਸਭ ਤੋਂ ਵੱਡੇ ਮਿੱਤਰ ਤੇ ਤੁਸੀਂ ਹੀ ਹੋ, ਇਹ ਤੇ ਤੁਹਾਡੇ ਤੋਂ ਹੀ ਕੰਮ ਹੋਵੇਗਾ। ਤਾਹੈ ਨਗਰ ਮਹਿ ਰਹਿਤ ਹੋ ਖੁਜਵਾਵ ਹੋ, ਤਾਹੇ ਨਗਰ ਮੈਂ ਰਹਿਤ ਹੋ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਗਰ ਰਾਏ ਭੋਏ ਦੀ ਤਲਵੰਡੀ ਵਿਖੇ ਤੁਸੀਂ ਰਹਿੰਦੇ ਹੋ, ਜਾਂ ਐਵੇਂ ਕਿ ਭਾਈ ਜੋ ਲਾਲੂ ਜੀ ਹੈ ਉਹਨਾਂ ਦੇ ਨਗਰ ਵਿੱਚ ਆ ਤੁਸੀਂ ਤੇ ਰਹਿਣ ਵਾਲੇ ਹੋ। ਖੁਜਵਾਵ ਹੋ ਤਿਹ ਧਾਮ, ਤੇ ਤੁਸੀਂ ਚੱਲ ਕਰਕੇ ਉਹਨਾਂ ਦੇ ਘਰ ਤੇ ਆ ਜਿਹੜੀ ਗੁਰੂ ਜੀ ਦੀ ਜਨਮ ਪੱਤਰੀ ਹੈ ਉਹ ਖੁਜਵਾਵੋ, ਲਭਵਾਓ ਜਾ ਕੇ। ਚੌਪਈ ਕਹਿ ਬਾਲਾ ਮੁਖ ਸਸਹਿ ਸੁਦਾਸੀ, ਸੁਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਬਚਨ ਭਾਈ ਬਾਲਾ ਜੀ ਕਹਿਣ ਲੱਗੇ ਐ, ਜਿਨ੍ਹਾਂ ਦਾ ਚੰਦਰਮਾ ਵਰਗਾ ਮੁਖ ਹੈ ਤੇ ਆ ਬੜੀ ਅੰਮ੍ਰਿਤ ਵਰਗੀ ਬਾਣੀ ਕਹਿਣ ਲੱਗੇ ਹੈ। ਸ੍ਰੀ ਅੰਗਦ ਸੁਣੀਏ ਸੁਖ ਰਾਸੀ, ਐ ਸਤਿਗੁਰੂ ਅੰਗਦ ਦੇਵ ਮਹਾਰਾਜ ਸੁੱਖਾਂ ਦੀ ਖਾਣ, ਸੁੱਖਾਂ ਦੇ ਖਜ਼ਾਨੇ, ਸੁੱਖਾਂ ਦੀ ਪੂੰਜੀ ਮਹਾਰਾਜ ਸੁਣੀਏ ਜੀ। ਏਕ ਸਿੱਖ ਦੀਜੈ ਮੁਝ ਸਾਥੂ, ਸੱਚੇ ਪਾਤਸ਼ਾਹ ਜੀ ਠੀਕ ਹੈ ਮੈਂ ਹੀ ਚਲਿਆ ਜਾਣਾ ਹਾਂ, ਪਰ ਇੱਕ ਸਿੱਖ ਜਿਹੜਾ ਹੈ ਉਹ ਮੇਰੇ ਸਾਥ ਦੇ ਦੀਏ ਜੀ। ਜਾਵਹਿ ਜਸ ਪਦ ਦੀਨਾ ਨਾਥੂ, ਦੀਨਾ ਦੇ ਨਾਥ ਗਰੀਬਾਂ ਦੇ ਮਾਲਕ ਗੁਰੂ ਅੰਗਦ ਦੇਵ ਮਹਾਰਾਜ ਜੀ ਆ ਬੜੀ ਛੇਤੀ ਮੈਂ ਜਾਵਾਂਗਾ। ਲਾਲੂ ਆਲਾ ਲੇਹ ਟੁਲਾਈ, ਤੇ ਜੋ ਬਾਬਾ ਲਾਲੂ ਜੀ ਹੈ ਉਹਨਾਂ ਦੇ ਘਰ ਵਿੱਚ ਜਾ ਕੇ ਸਤਿਗੁਰੂ ਜੀ ਦੀ ਉਹ ਅਵਤਾਰ ਸਮੇਂ ਦੀ ਜਨਮ ਪੱਤਰੀ ਹੈ ਉਹ ਵੀ ਟੋਲ ਹੀ ਲਵਾਂਗੇ, ਲੱਭ ਹੀ ਲਵਾਂਗੇ। ਆਨਹਗੇ ਹਮ ਜੇ ਤਹ ਪਾਈ, ਜੇ ਉੱਥੇ ਅਸਾਂ ਨੇ ਗੁਰੂ ਜੀ ਦੀ ਉਹ ਜਨਮ ਪੱਤਰੀ ਪਾ ਲਈ, ਸਾਨੂੰ ਮਿਲ ਗਈ,
ਤੇ ਆ ਬੜੀ ਛੇਤੀ ਮਹਾਰਾਜ ਅਸੀਂ ਮੁੜ ਆਵਾਂਗੇ, ਲੈ ਕੇ ਆ ਜਾਵਾਂਗੇ। ਗੁਰ ਪ੍ਰਸੀਦੇ ਬਾਲੇ ਪ੍ਰਤਬ। ਸਤਿਗੁਰੂ ਅੰਗਦ ਦੇ ਮਹਾਰਾਜ ਜੀ ਭਾਈ ਬਾਲਾ ਜੀ ਦੇ ਇਸ ਤਰ੍ਹਾਂ ਦੇ ਪ੍ਰੇਮ ਭਰੇ ਬਚਨ ਸੁਣ ਕੇ ਤੇ ਗੁਰੂ ਅੰਗਦ ਦੇਵ ਮਹਾਰਾਜ ਬਹੁਤ ਪ੍ਰਸਿੱਧੇ ਕਹੀਏ ਆ ਖੁਸ਼ ਪ੍ਰਸੰਨ ਹੋਏ ਐ। ਚਿਤ ਕਰਤਾਰ ਨਾ ਬਿਸਰੇ ਉਰ ਕਬ। ਤੇ ਕਿਆ ਹੈ ਕਿ ਭਾਈ ਬਾਲਾ ਜੀ ਤੁਹਾਡੇ ਹਿਰਦੇ ਵਿੱਚੋਂ ਜੋ ਕਰਤਾ ਪਰਮੇਸ਼ਰ ਕਰਤਾਰ ਹੈ ਉਹ ਕਦੀ ਨਾ ਭੁੱਲੇ, ਆ ਕਦੀ ਨਾ ਤੁਹਾਨੂੰ ਵਿਸਰੇ। ਲਾਲਾ ਪੰਨੂ ਸਿੱਖ ਸਦਾਇਆ। ਉੱਥੇ ਹੀ ਇੱਕ ਭਾਈ ਲਾਲਾ ਜੀ ਜੋ ਪੰਨੂ ਗੋਤ ਦੇ ਸਨ, ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨਾਲ ਬੜਾ ਪ੍ਰੇਮ ਕਰਨ ਵਾਲੇ, ਇੱਕ ਸਿੱਖ ਨੂੰ ਭੇਜਿਆ ਤੇ ਆ ਪਾਸ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੁਲਾਇਆ ਹੈ। ਸ੍ਰੀ ਮੁਖ ਤੇ ਇਵ ਵਾਕ ਲਾਇਆ। ਤੇ ਸੁਭਾਏ ਬਾਣ ਮੁਖਾਰ ਬਿੰਦ ਤੋਂ ਗੁਰੂ ਸਾਹਿਬ ਜੀ ਨੇ ਇਵੇਂ ਬਚਨ ਕਿਹਾ ਭਾਈ ਲਾਲਾ ਪੰਨੂ ਜੀ ਨੂੰ। ਗੁਰ ਸਿੱਖੀ ਤੁਮ ਮਹਿ ਅਦਕਾਈ। ਕਿਆ ਹੈ ਕਿ ਇਹ ਭਾਈ ਲਾਲਾ ਪੰਨੂ ਜੀ ਆਸਾਂ ਨੇ ਵੇਖਿਆ ਕਿ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਹੈ ਉਹਦੇ ਤੁਹਾਡੇ ਹਿਰਦੇ ਵਿੱਚ ਆ ਬਹੁਤੀ ਸਮਾਈ ਹੋਈ ਹੈ। ਜਿਵ ਸਾਵਨ ਸਰਤਾ ਬਹੁਤਾਈ। ਜਿਵੇਂ ਸਾਉਣ ਦੇ ਮਹੀਨੇ ਵਿੱਚ ਉਹ ਬਾਰਿਸ਼ਾਂ ਦੇ ਨਾਲ ਨਦੀਆਂ ਬਹੁਤ ਵੱਧ ਜਾਂਦੀਆਂ ਹੈ, ਇਵੇਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸਿੱਖੀ ਹੈ ਵੀ ਤੁਹਾਡੇ ਹਿਰਦੇ ਵਿੱਚ ਆ ਨਦੀ ਵਾਂਗ ਬਹੁਤੀ ਵਧੀ ਹੋਈ ਹੈ। ਦੋਹਰਾ ਬਾਲੇ ਸੰਗ ਜਈਐ ਤਹਾਂ। ਇਹ ਭਾਈ ਲਾਲਾ ਪੰਨੂ ਜੀ ਆ ਭਾਈ ਬਾਲਾ ਜੀ ਰਾਏ ਭੋਏ ਦੀ ਤਲਵੰਡੀ ਜਾ ਰਹੇ ਹੈ, ਉਹਨਾਂ ਦੇ ਨਾਲ ਤੁਸੀਂ ਵੀ ਜਾਈਏ। ਜਹ ਜਨਮਿਓ ਮਮਨਾਥ। ਆ ਜਿਸ ਜਗ੍ਹਾ ਤੇ ਮੇਰੇ ਨਾਥ ਮੇਰੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ। ਭਵ ਪਤਰੀ ਕੋ ਆਨ ਕੈ। ਜੋ ਸਤਿਗੁਰ ਜੀ ਦੇ ਅਵਤਾਰ ਪੁਰਬ ਦੀ ਜਨਮ ਪੱਤਰੀ ਹੈ ਵੀ ਉਸ ਨੂੰ ਬੜੀ ਛੇਤੀ ਨਾਲ ਹੀ ਲੈ ਕਰਕੇ ਤੇ ਆ ਕਰਕੇ ਕੀਜੈ ਜਨਮ ਸਕਾਥ। ਭਾਈ ਲਾਲਾ ਪੰਨੂ ਜੀ ਆਪਣਾ ਜਨਮ ਸਫਲਾ ਕਰ ਲਈਏ, ਕਿਉਂਕਿ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਪੂਰਨ ਅਵਤਾਰ ਹਨ। ਚੌਪਈ ਸੁਨ ਸਰੋਤ ਬਚਨ ਸਮਾਤ ਨ ਅੰਗਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿਵੇਂ ਜਦੋਂ ਇਹੋ ਜਿਹੇ ਬਚਨ ਕਹੇ ਆ, ਭਾਈ ਲਾਲਾ ਪੰਨੂ ਜੀ ਆਪਣੇ ਸਰੋਤ ਕਹੀਏ ਕੰਨਾਂ ਵਿੱਚ ਸੁਣ ਕੇ ਅੰਗਾਂ 'ਚ ਨਹੀਂ ਸਮਾਉਂਦੇ, ਆ ਫੁੱਲੇ ਨਹੀਂ ਸਮਾਉਂਦੇ ਵੀ ਐਡੀ ਮਹਾਨ ਸੇਵਾ ਜਿਹੜੀ ਮਿਲ ਗਈ ਹੈ। ਭਇਓ ਤਿਆਰ ਚੱਲਣ ਕੋ ਸੰਗਾ। ਉਸੇ ਵੇਲੇ ਭਾਈ ਬਾਲਾ ਜੀ ਦੇ ਨਾਲ ਚੱਲਣ ਵਾਸਤੇ ਆ ਤਿਆਰ ਹੋ ਗਏ ਐ ਭਾਈ ਲਾਲਾ ਪੰਨੂ ਜੀ। ਧਨ ਭਾਗ ਆਪਣੇ ਕਰ ਜਾਣੇ। ਮਨ ਹੀ ਮਨ 'ਚ ਭਾਈ ਲਾਲਾ ਪੰਨੂ ਜੀ ਜਿਹੜੇ ਐ ਧਨ ਭਾਗ ਕਹਿੰਦੇ ਕਿ ਹੇ ਮਨਾ ਤੇਰੇ ਧਨ ਭਾਗ ਹੈ, ਜਿਸ ਨੂੰ ਇਸ ਐਸੀ ਮਹਾਨ ਸੇਵਾ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਹੈ ਜਨਮ ਪੱਤਰੀ ਲਿਆਉਣ ਦੀ ਮਿਲੀ ਹੈ। ਐਵੇਂ ਵੱਡੇ ਭਾਗ ਹੀ ਕਰਕੇ ਜਾਣੇ ਐ। ਪਤਰੀ ਨਾਨਕ ਦਰਸ਼ਨ ਮਾਨੇ। ਵੀ ਜੋ ਸਤਿਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਸਮੇਂ ਦੀ ਜਨਮ ਪੱਤਰੀ ਹੈ, ਉਹ ਤੇ ਕੋਈ ਪੱਤਰੀ ਨਹੀਂ ਹੈ ਇਕੱਲੀ, ਉਹ ਤੇ ਗੁਰੂ ਨਾਨਕ ਸਾਹਿਬ ਜੀ ਦਾ ਹੀ ਦਰਸ਼ਨ ਹੈ। ਐਵੇਂ ਦਰਸ਼ਨ ਹੀ ਮੰਨ ਕੇ ਤੇ ਆ ਚੱਲ ਪਏ ਬੜੀ ਛੇਤੀ ਨਾਲ। ਬੰਧਨ ਕਰ ਸੁਨ ਸਤ ਕਰਤਾਰ। ਤਿਆਰ ਹੋ ਕੇ ਕਹਿਣ ਲੱਗੇ ਮਹਾਰਾਜ ਜੀ ਜਿਵੇਂ ਆਪ ਜੀ ਦੀ ਆਗਿਆ। ਅਸੀਂ ਗੁਰੂ ਜੀ ਆਪ ਜੀ ਦੀ ਆਗਿਆ ਥੋੜ੍ਹੀ ਮੋੜ ਸਕਦੇ ਹਾਂ। ਸੁਣ ਕੇ ਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਹੈ ਸਤ ਕਰਤਾਰ ਸਤ ਕਰਤਾਰ, ਕਿਉਂਕਿ ਪਹਿਲਾਂ ਸਤ ਕਰਤਾਰ ਹੀ ਕਿਹਾ ਜਾਂਦਾ ਸੀ, ਹੁਣ ਤੇ ਆਪਾਂ ਫਤਿਹ ਬੁਲਾਉਂਦੇ ਹਾਂ। ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਸਤ ਕਰਤਾਰ ਕਹਿ ਕਿਹਾ ਹੈ। ਇਸ ਤਰ੍ਹਾਂ ਦੀਆਂ ਅਸੀਸਾਂ ਸੁਣ ਕੇ ਭਾਈ ਲਾਲਾ ਪੰਨੂ ਤੇ ਭਾਈ ਬਾਲਾ ਜੀ ਨੇ ਆ ਬੰਦਨਾ ਕੀਤੀ, ਨਮਸਕਾਰ ਕੀਤੀ ਹੈ। ਚਲਤ ਭਏ ਨਾਨਕ ਉਰ ਤਾਰ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ
ਤੇ ਆਪਣੇ ਰਸਤੇ ਤੇ ਚੱਲ ਪਏ ਹਨ। ਮਗ ਮਹਿ ਮਹਿਮਾ ਅਮੀ ਪਟੰਤਰ। ਤੇ ਰਸਤੇ ਵਿੱਚ ਜਾਂਦਿਆਂ ਜੋ ਗੁਰੂ ਸਾਹਿਬ ਜੀ ਦੀ ਮਹਿਮਾ ਅੰਮ੍ਰਿਤ ਦੇ ਸਦਰਸ਼ ਸਮਾਨ ਹੈ। ਕਹਿਤ ਸੁਨਤ ਜੁਗ ਚਲਤ ਨਿਰੰਤਰ। ਇੱਕ ਰਸ ਚਲੇ ਜਾ ਰਹੇ ਹੈ ਤੇ ਦੋਵੇਂ ਜਾਣੇ ਜਿਹੜੇ ਗੁਰੂ ਸਾਹਿਬ ਜੀ ਦੀ ਵਡਿਆਈ ਹੈ, ਇੱਕ ਜਣਾ ਕਹਿ ਰਿਹਾ ਹੈ ਭਾਈ ਬਾਲਾ ਜੀ, ਭਾਈ ਲਾਲਾ ਪੰਨੂ ਜਿਹੜਾ ਸੁਣ ਰਿਹਾ ਹੈ, ਇੱਕ ਰਾਸੀ ਦੋਵੇਂ ਚੱਲੇ ਜਾ ਰਹੇ ਰਸਤੇ ਵਿੱਚ। ਪਹੁੰਚੇ ਜਬ ਤਲਵੰਡੀ ਜਾਏ। ਚੱਲਦਿਆਂ ਚੱਲਦਿਆਂ ਖਡੂਰ ਸਾਹਿਬ ਤੋਂ ਤੇ ਜਦੋਂ ਰਾਏ ਭੋਏ ਦੀ ਤਲਵੰਡੀ ਵਿੱਚ ਜਾ ਪਹੁੰਚੇ ਦੋਵੇਂ ਸਿੱਖ, ਲਾਲੂ ਆਲਾ ਮਿਲੇ ਆਏ। ਤੇ ਆ ਕਰਕੇ ਜੋ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਹਨ ਬਾਬਾ ਲਾਲੂ ਜੀ, ਉਹਨਾਂ ਦੇ ਘਰ ਆ ਮਿਲੇ ਐ। ਕਰ ਬੰਧਨ ਪੁਨ ਬਚਨ ਉਚਾਰਾ। ਜਾਂਦਿਆਂ ਜਾ ਕੇ ਬੜੇ ਬਜ਼ੁਰਗ ਹੋਏ ਐ ਬਾਬਾ ਲਾਲੂ ਜੀ, ਤੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਤੇ ਬਾਅਦ ਵਿੱਚ ਭਾਈ ਬਾਲਾ ਜੀ ਨੇ ਐਵੇਂ ਬਚਨ ਕਿਹਾ, ਸੁਣ ਲਾਲੂ ਇੱਕ ਪਰ ਉਪਕਾਰਾ। ਕਿਆ ਹੈ ਕਿ ਇਹ ਬਜ਼ੁਰਗ ਬਾਬਾ ਲਾਲੂ ਜੀ, ਆ ਇੱਕ ਉਪਕਾਰ ਕਰੋ ਤੁਸੀਂ। ਦੋਹਰਾ ਸੋਧਿਓ ਹਮ ਜੋ ਗੁਰ ਭਇਓ। ਤੇ ਉਹ ਬਚਨ ਕਿਹਾ ਕਿ ਬਾਬਾ ਲਾਲੂ ਜੀ ਆ ਸਾਡੇ ਤੇ ਉਪਕਾਰ ਕਰੋ ਇੱਕ, ਤੇ ਸਾਡਾ ਬਚਨ ਸੁਣੋ ਕਿ ਅਸਾਂ ਨੇ ਚੰਗੀ ਤਰ੍ਹਾਂ ਸੋਧ ਲਿਆ ਹੈ, ਵਿਚਾਰ ਲਿਆ ਹੈ, ਜੋ ਹੁਣ ਇਸ ਵਕਤ ਗੁਰੂ ਹੋਏ ਹੈ, ਜਾਵੇਂ ਵੀ ਗੁਰ ਭਇਓ, ਜੋ ਇਸ ਵਕਤ ਗੁਰੂ ਹੋਏ ਹੈ, ਅਸਾਂ ਨੇ ਚੰਗੀ ਤਰ੍ਹਾਂ ਸੋਧ ਵਿਚਾਰ ਲਿਆ, ਆ ਦੇਖ ਲਿਆ ਹੈ। ਅੰਗਦ ਪਰਮ ਨਿਦਾਨ। ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਦਾ ਨਾਮ ਹੈ, ਆ ਮਹਾਨ ਪਰਮੁਖ ਨਿਧਾਨ ਹੈ, 9 ਨਿਧੀਆਂ ਦੇ ਮਾਲਕ ਹੈ, ਬ੍ਰਹਮ ਗਿਆਨ ਦੇ ਖਜ਼ਾਨੇ ਹੈ, ਗੁਣਾਂ ਦੇ ਖਜ਼ਾਨੇ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ। ਸ੍ਰੀ ਨਾਨਕ ਪੁਨ ਤਿਨ ਬਿਖੈ। ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਭੇਦ ਨਾ ਕੋ ਜਾਣਾ। ਐ ਬਾਬਾ ਲਾਲੂ ਜੀ ਕੋਈ ਭੇਦ ਨਾ ਜਾਣੋ ਕਿ ਗੁਰੂ ਅੰਗਦ ਦੇਵ ਮਹਾਰਾਜ ਹੋਰ ਹੈ, ਗੁਰੂ ਨਾਨਕ ਸਾਹਿਬ ਜੀ ਹੋਰ ਹੈ, ਉਹ ਤੇ ਇੱਕ ਹੀ ਜੋਤ ਹੈ। ਤਾਂ ਤੇ ਅੰਗਦ ਭਇਓ ਤਤ ਸੋ ਤਤ ਮਿਲਾਇਓ, ਆਪਣੀ ਜੋਤ ਹੀ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਵਿੱਚ ਪ੍ਰਵੇਸ਼ ਕੀਤੀ ਹੈ। ਇਸ ਤਰ੍ਹਾਂ ਐ ਵੀ ਬਜ਼ੁਰਗ ਬਾਬਾ ਲਾਲੂ ਜੀ ਕੋਈ ਭੇਦ ਨਾ ਜਾਣੋ ਸਤਿਗੁਰਾਂ ਵਿੱਚ। ਚੌਪਈ ਦੀਨੀ ਅੰਗਦ ਕੋ ਗੁਰਿਆਈ। ਵੇਖ ਲੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤਰ੍ਹਾਂ ਪਰਖ ਕਰਕੇ ਤੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਆਪਣੀ ਗੁਰਤਾ ਗੱਦੀ ਦੇ ਦਿੱਤੀ ਹੈ। ਤਿੰਨ ਪਤਰੀ ਤੁਮ ਸੋ ਮੰਗਵਾਈ। ਉਹ ਸੀ ਗੁਰੂ ਅੰਗਦ ਦੇਵ ਮਹਾਰਾਜ ਦੀ ਜਿਹੜੀ ਪੱਤਰੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਸਮੇਂ ਦੀ ਜਨਮ ਪੱਤਰੀ, ਉਹਨਾਂ ਨੇ ਆ ਸਾਨੂੰ ਕਹਿ ਕਰਕੇ ਤੁਹਾਡੇ ਤਾਈਂ ਤੇ ਆ ਪੱਤਰੀ ਗੁਰੂ ਜੀ ਦੀ ਮੰਗਵਾਈ ਹੈ। ਲਾਲਸ ਹੇਰਨ ਤਾਸ ਵਿਸਾਲਾ। ਉਹਨਾਂ ਨੇ ਆ ਬਹੁਤ ਹੀ ਇਸ ਪੱਤਰੀ ਨੂੰ, ਜਨਮ ਪੱਤਰੀ ਨੂੰ ਦੇਖਣ ਦੀ ਆ ਚਾਹਨਾ ਕੀਤੀ ਹੈ। ਸੁਣ ਕਰ ਸਿੱਖ ਪਠਿਓ ਤਤਕਾਲਾ। ਜਦੋਂ ਉਹਨਾਂ ਨੇ ਸਾਡੇ ਪਾਸੋਂ ਸੁਣਿਆ ਹੈ ਵੀ ਅਸੀਂ ਰਾਏ ਭੋਏ ਦੀ ਤਲਵੰਡੀ ਵਿਖੇ ਉੱਥੋਂ ਆਏ ਹਾਂ, ਐਵੇਂ ਗੁਰੂ ਸਾਹਿਬ ਜੀ ਨਾਲ ਰਹਿੰਦੇ ਰਹੇ ਹਾਂ, ਤੇ ਸੁਣ ਕਰਕੇ ਉਹਨਾਂ ਉਸੇ ਵੇਲੇ ਹੀ ਸਾਨੂੰ ਆਗਿਆ ਕੀਤੀ, ਇੱਕ ਸਿੱਖ ਦਿੱਤਾ ਹੈ ਤੇ ਉਹ ਤੁਹਾਡੇ ਤਾਈਂ ਵੀ ਤੁਹਾਡੇ ਕੋਲ ਪੱਤਰੀ ਲੈ ਕੇ ਆਈਏ, ਐਵੇਂ ਭੇਜਿਆ ਹੈ। ਲਾਲੂ ਕਹੈ ਨਾ ਮੁਝ ਸੁਧ ਕੋਈ। ਬਾਬਾ ਲਾਲੂ ਜੀ ਜੋ ਗੁਰੂ ਸਾਹਿਬ ਜੀ ਦੇ ਚਾਚਾ ਜੀ ਲੱਗਦੇ ਹੈ, ਕਹਿਣ ਲੱਗੇ ਵੀ ਭਾਈ ਬਾਲਾ ਜੀ ਆ ਮੈਨੂੰ ਤੇ ਇਸ ਬਾਰੇ ਕੋਈ ਖਬਰ ਨਹੀਂ ਹੈ। ਭਾਵ ਪਤਰੀ ਤੁਮ ਜਾਚਤ ਜੋ। ਆ ਜਿਹੜੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ, ਅਵਤਾਰ ਸਮੇਂ ਦੀ ਜਨਮ ਪੱਤਰੀ ਹੈ, ਤੇ ਜਿਹੜੀ ਤੁਸੀਂ ਮੰਗ ਰਹੇ ਹੋ ਵੀ ਭਾਈ ਬਾਲਾ ਉਹਦੇ ਬਾਰੇ ਤੇ ਮੈਨੂੰ ਆ ਕੋਈ ਖਬਰਸਾਰ ਨਹੀਂ ਹੈ। ਨਾਨਕ
ਨਾਨਕ ਕੇ ਤੁਮ ਬਹੁਤ ਪਿਆਰੇ। ਬਾਕੀ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੈ, ਉਹਨਾਂ ਦੇ ਤੁਸੀਂ ਬੜੇ ਪਿਆਰੇ ਸਿੱਖ ਹੋ। ਹਮ ਸੋ ਕਹੋ ਸਭ ਭੇਦ ਵਿਚਾਰੇ। ਸਾਨੂੰ ਜਿਹੜਾ ਉਹ ਭੇਦ ਹੈ ਚੰਗੀ ਤਰ੍ਹਾਂ ਵਿਚਾਰ ਕੇ ਕਹੋ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਦੇ ਦਿੱਤੀ ਹੈ, ਵੀ ਉਹ ਗੁਰੂ ਕੈਸੇ ਹੈ, ਉਹਨਾਂ ਬਾਰੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਪਰਿਵਾਰ ਬਾਰੇ ਇਹ ਵੀ ਸਾਰਾ ਇਹ ਭੇਦ ਆ ਸਾਨੂੰ ਕਹੋ, ਵਿਚਾਰ ਕੇ ਦੱਸੋ। ਗੁਰ ਅੰਗਦ ਹੈ ਕੈ ਸ੍ਰੀ ਚੰਦ। ਵੀ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਗੁਰਤਾ ਗੱਦੀ ਹੈ ਉਹਦੇ ਉੱਪਰ ਗੁਰੂ ਅੰਗਦ ਦੇਵ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਉਹ ਹੈ ਕਿ ਜਾਂ ਬਾਬਾ ਸ਼੍ਰੀ ਚੰਦ ਉਹਨਾਂ ਦੇ ਵੱਡੇ ਸੁਪੁੱਤਰ ਹਨ। ਮੰਜੀ ਕਹੇ ਟਿਗ ਆਨੰਦ ਕੰਦ। ਆਨੰਦ ਦੇ ਜੋ ਬੱਦਲ ਹੈ ਗੁਰੂ ਨਾਨਕ ਸਾਹਿਬ ਜੀ, ਆਨੰਦ ਦੇ ਜੋ ਜੜ ਹੈ, ਆਨੰਦ ਦੇ ਦਾਤੇ, ਆਨੰਦ ਦੇ ਫਲ ਹੈ, ਵੀ ਉਹਨਾਂ ਦੀ ਜਿਹੜੀ ਮੰਜੀ ਹੈ ਗੁਰਤਾ ਦਾ ਤਖਤ ਹੈ, ਵੀ ਉਹ ਕਿਸ ਕੋਲ ਹੈ? ਭਾਈ ਬਾਲਾ ਜੀ ਉਹ ਬਾਬਾ ਸ਼੍ਰੀ ਚੰਦ ਪਾਸ ਹੈ ਕਿ ਜਾਂ ਗੁਰੂ ਅੰਗਦ ਦੇ ਪਾਸ ਹੈ? ਸੁਤ ਨੇ ਲਈ ਕੇ ਸੇਵਕ ਪਾਈ। ਉਹ ਸੁਤ ਨੇ ਉਹ ਗੁਰਤਾ ਪਾਈ, ਭਾ ਬਾਬਾ ਸ਼੍ਰੀ ਚੰਦ ਜੀ ਨੇ ਉਹ ਗੁਰਤਾ ਪਾਈ ਹੈ ਕਿ ਜਾਂ ਸੇਵਕ ਨੇ ਪ੍ਰਾਪਤ ਕੀਤੀ ਹੈ ਸੇਵਾ ਕਰਕੇ? ਤਖਤ ਬਹਿਸ ਤਿਸ ਗੁਰਤਾ ਆਈ। ਇਹ ਤਖਤ ਦੀ ਕੌਣ ਬੈਠਾ ਹੈ, ਕਿਹਦੇ ਹਿੱਸੇ ਉਹ ਗੁਰਤਾ ਗੱਦੀ ਦਾ ਤਿਲਕ ਆਇਆ ਹੈ, ਗੁਰਤਾ ਤੇ ਕੌਣ ਬਿਰਾਜਮਾਨ ਹੈ, ਇਸ ਵਕਤ ਕੌਣ ਤਖਤ ਤੇ ਬੈਠਾ ਹੈ? ਦੋਹਰਾ ਕਹਿ ਬਾਲਾ ਅੰਗਦ ਗੁਰੂ। ਇਸ ਤਰ੍ਹਾਂ ਭਾਈ ਬਾਲਾ ਜੀ ਨੇ ਸੁਣ ਕੇ ਕਿਹਾ ਕਿ ਐ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਹੇ ਸ੍ਰੀ ਨਾਨਕ ਆਪ। ਵੀ ਜਿਸ ਸਤਿਗੁਰੂ ਨਾਨਕ ਸਾਹਿਬ ਜੀ ਜੋ ਪਰਮ ਪਿਤਾ ਪਰਮੇਸ਼ਰ ਹੈ ਉਹਨਾਂ ਨੇ ਆਪ ਪੈਸੇ ਪੰਜ ਨਲੇਰ ਧਰ। ਆ 5 ਪੈਸੇ ਤੇ ਨਲੇਰ ਜਿਹੜਾ ਨਾਰੀਅਲ ਹੈ ਉਸ ਨੂੰ ਰੱਖ ਕੇ ਧਰ ਸਿਰ ਨਿਵਾਏ ਦੀਏ ਥਾਪ। ਸਿਰ ਨਵਾਏ ਦੀਏ ਥਾਪ, ਆਪਣਾ ਸੀਸ ਨਵਾ ਕੇ ਤੇ ਗੁਰਤਾ ਗੱਦੀ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਥਾਪ ਦਿੱਤਾ, ਸਥਿਤ ਕਰ ਦਿੱਤਾ। 5 ਪੈਸੇ ਦਾ ਮਤਲਬ ਕਿ ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਹੁਣ ਜਿੰਨੀ ਇਹ ਸ੍ਰਿਸ਼ਟੀ ਵਿੱਚ ਮਾਇਆ ਤੁਹਾਡੇ ਚਰਨਾਂ ਦੀ ਦਾਸੀ ਹੈ। ਨਾਲੀਏਰ ਜਿਹੜਾ ਜਿਹਨੂੰ ਨਾਰੀਅਲ ਆਪਾਂ ਸਿੱਧਾ ਕਹਿ ਦਿੰਦੇ ਹਾਂ, ਤੇ ਉਹ ਇੱਕ ਸਿਰ ਵਰਗਾ ਹੁੰਦਾ ਹੈ ਕਿ ਤਿੰਨਾਂ ਲੋਕਾਂ ਵਿੱਚ 14 ਭਵਨਾਂ ਵਿੱਚ ਭਾਵ ਸਾਰੇ ਬ੍ਰਹਿਮੰਡਾਂ ਵਿੱਚ ਜਿੰਨੇ ਸਿਰ ਹੈ ਉਹ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਤੁਹਾਡੇ ਉਹ ਚਰਨਾਂ ਵਿੱਚ ਝੁਕਾ ਦਿੱਤੇ ਹੈ। ਤੁਹਾਡੀ ਮਰਜ਼ੀ ਹੈ ਜਿਹਨੂੰ ਮਾਇਆ ਦੇਣੀ ਦਿਓ, ਜਿਹਨੂੰ ਦੇਣੀ ਨਾ ਦਿਓ। ਐਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਭਾਈ ਲਾਲੂ ਜੀ ਆ 5 ਪੈਸੇ ਇੱਕ ਨਾਰੀਅਲ ਰੱਖ ਕੇ ਆਪਣਾ ਸੀਸ ਨਵਾ ਕੇ ਤੇ ਗੁਰਤਾ ਦੇ ਥਾਪ ਦਿੱਤਾ ਹੈ। ਚੌਪਈ ਤਿਨ ਕੀ ਸਮਤਾ ਹੋਵਹਿ ਕੈਸੇ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਆਪਣੇ ਤਖਤ ਤੇ ਬਿਰਾਜਮਾਨ ਕਰ ਦੇਣ, ਉਹਨਾਂ ਦੀ ਸਮਤਾ ਬਰਾਬਰੀ ਦੱਸੋ ਕਿਵੇਂ ਹੋ ਸਕਦੀ ਹੈ? ਥਾਪਿਓ ਗੁਰ ਨਾਨਕ ਜਬ ਐਸੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਐਸੇ ਥਾਪ ਹੀ ਦਿੱਤਾ ਹੈ, ਗੁਰਤਾ ਦੇ ਹੀ ਦਿੱਤੀ, ਆਪਣੀ ਜੋਤ ਪ੍ਰਵੇਸ਼ ਹੀ ਕਰ ਦਿੱਤੀ, ਤੇ ਫਿਰ ਕਿਹੜਾ ਹੈ ਵੀ ਜਿਹੜਾ ਉਹਨਾਂ ਦੀ ਬਰਾਬਰੀ ਕਰੇ? ਖੋਜ ਲਿਓ ਹਮ ਗੁਰ ਮਤ ਧੀਰਾ। ਅਸਾਂ ਨੇ ਜੋ ਮਤ ਦੇ ਧੀਰ ਜਵਾਨ ਹੈ, ਮਤ ਦੇ ਬੜੇ ਡੂੰਘਾਈ ਅਥਾਹ ਗੁਰੂ ਹੈ ਗੁਰੂ ਅੰਗਦ ਦੇਵ ਜੀ, ਉਹਨਾਂ ਨੂੰ ਅਸਾਂ ਨੇ ਖੋਜ ਲਿਆ, ਭਾਲ ਲਿਆ, ਲੱਭ ਲਿਆ ਹੈ। ਜਿਉ ਖਨਵਾਰੀ ਪਾਵਹਿ ਹੀਰਾ। ਜਿਵੇਂ ਕੋਈ ਰਤਨਾਂ ਦੀ ਖਾਣ ਨੂੰ ਪ੍ਰਾਪਤ ਕਰਨ ਵਾਸਤੇ ਤੇ ਉਹ ਪਹਾੜੀ ਇਲਾਕੇ ਨੂੰ ਤੋੜ ਭੰਨ ਕੇ ਖਾਣ ਲੱਭਣ ਵਾਸਤੇ ਤੇ ਹੀਰਾ ਲੱਭ ਹੀ ਲੈਂਦਾ ਹੈ, ਇਸੇ ਤਰ੍ਹਾਂ ਉਹ ਖਨਣ ਵਾਲਿਆਂ ਵਾਂਗੂ ਤੇ ਅਸਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਲੱਭ ਹੀ ਲਿਆ ਜੋ ਹੀਰੇ ਸਮਾਨ ਹੈ। ਸ੍ਰੀ ਚੰਦ ਗੁਰ ਸੰਤਤ ਜਾਣੇ। ਜੋ ਬਾਕੀ ਸ੍ਰੀ ਗੁਰੂ
ਨਾਨਕ ਸਾਹਿਬ ਜੀ ਦੇ ਸੁਪੁੱਤਰ ਹੈ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਵੀ ਉਹ ਤੇ ਜਗਤ ਵਿੱਚ ਸਤਿਗੁਰ ਜੀ ਦੀ ਸੰਤਾਨ ਜਾਣੇ ਜਾਂਦੇ ਐ। ਮਨ ਹੈ ਮਾਨਵ ਮਨ ਅਨੁਮਾਨੇ। ਇਸ ਤਰ੍ਹਾਂ ਮਨ ਵਿੱਚ ਸੋਚ ਕੇ ਵੀ ਗੁਰੂ ਜੀ ਦੇ ਸਾਹਿਬਜ਼ਾਦੇ ਐ ਤਾਂ ਗੁਰੂ ਕੀਆਂ ਸੰਗਤਾਂ ਉਹਨਾਂ ਨੂੰ ਮੰਨਦੇ ਹੈ। ਗੁਰ ਅੰਗਦ ਕੋ ਗੁਰਤਾ ਦਏ। ਪਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆ ਗੁਰਤਾ ਦਿੱਤੀ ਹੈ। ਕਿਦੋਂ ਦੁਤੀ ਨਾਨਕ ਪ੍ਰਗਟੇ। ਉਧਰ ਬਾਬਾ ਸ਼੍ਰੀ ਚੰਦ ਹੋਣਾ ਦੀ ਮੰਨਤਾ ਤਾਂ ਹੁੰਦੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਹਨ, ਪਰ ਇੱਧਰ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੁਰੂ ਨਾਨਕ ਸਾਹਿਬ ਜੀ ਨੇ ਆਪ ਦਿੱਤੀ ਹੈ, ਗੁਰਤਾ ਗੱਦੀ। ਤੇ ਐ ਭਾਈ ਐ ਬਾਬਾ ਲਾਲੂ ਜੀ, ਤੁਸੀਂ ਆਪਣੇ ਮਨ ਵਿੱਚ ਕੋਈ ਸ਼ੰਕਾ ਨਾ ਕਰੋ, ਮਾਨੋ ਜੋ ਗੁਰੂ ਅੰਗਦ ਦੇਵ ਜੀ ਉਹ ਤੇ ਗੁਰੂ ਨਾਨਕ ਸਾਹਿਬ ਜੀ ਹਨ। ਸੁਣ ਕਰ ਲਾਲੂ ਗਿਰਾ ਅਲਾਈ। ਸੁਣ ਕੇ ਬਾਬਾ ਲਾਲੂ ਜੀ ਨੇ ਐਵੇਂ ਬਚਨ ਕਹੇ ਭਾਈ ਬਾਲਾ ਜੀ ਨੂੰ। ਖੋਜਿਓ ਜੇ ਪਤਰੀ ਹੋਏ ਭਾਈ। ਇਹ ਭਾਈ ਬਾਲਾ ਜੀ, ਜੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਪੱਤਰੀ ਆ ਤੁਹਾਨੂੰ ਮਿਲਦੀ ਹੈ, ਜੇ ਹੋਵੇ ਤੇ ਵੀ ਤੁਸੀਂ ਲੱਭ ਲਓ। ਕਾਗਰ ਲੇਖੇ ਕੇ ਇੱਕ ਥਾਈ। ਇੱਕ ਥਾਂ ਕਿਤੇ ਜਿਹੜਾ ਕਾਗਰ ਲੇਖਾ, ਜਿੱਥੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਪਟਵਾਰੀ ਸਨ, ਤੇ ਜਿਹੜੇ ਉਹ ਲੇਖੇ ਵਹੀਆਂ ਜ਼ਮੀਨਾਂ ਦੇ ਜਾਇਦਾਦ ਕਾਗਜ਼ ਬੜੇ ਪਏ ਸੀ, ਥਈਆਂ ਦੀ ਥਈਆਂ, ਤੇ ਹੁਣ ਉੱਥੇ ਹੀ ਉਹ ਪੱਤਰੀ ਪਈ ਸੀ। ਜਿਸ ਕਰਕੇ ਬਾਬਾ ਲਾਲੂ ਜੀ ਕਹਿੰਦੇ ਆ ਕਿ ਇੱਕ ਥਾਈਂ ਅੱਜ ਜਿੱਥੇ ਕਾਗਜ਼ ਦੇ ਲੇਖੇ, ਜਿੱਥੇ ਬਹੁਤ ਵਹੀਆਂ ਪਈਆਂ ਦਫ਼ਤਰ ਹੈ ਇੱਕ। ਬਹੁ ਮਹਿ ਮਿਲੀ ਨਾ ਜਾਣੀ ਜਾਈ। ਬਹੁਤ ਵਹੀਆਂ ਲੇਖਿਆਂ ਦੇ ਵਿੱਚ ਜਨਮ ਪੱਤਰੀ ਮਿਲੀ ਹੋਈ ਹੈ, ਉਹ ਜਾਣੀ ਨਹੀਂ ਜਾਂਦੀ, ਜਾਣਿਆ ਨਹੀਂ ਜਾਂਦਾ ਵੀ ਕਿੱਥੇ ਪਈ ਹੈ। ਦੋਹਰਾ ਕਹਿ ਬਾਲਾ ਲਾਲੂ ਸੁਨਹੁ। ਬਾਬਾ ਜਦੋਂ ਲਾਲੂ ਜੀ ਨੇ ਇਸ ਤਰ੍ਹਾਂ ਬਚਨ ਕਹੇ ਹੈ, ਭਾਈ ਬਾਲਾ ਜੀ ਨੇ ਕਿਹਾ ਕਿ ਹੈ ਬਾਬਾ ਲਾਲੂ ਜੀ ਸਾਡਾ ਬਚਨ ਸੁਣੋ। ਤੂੰ ਕਾਲੂ ਕੋ ਪ੍ਰਾਤਤ। ਭਰਾਤ ਐ ਬਾਬਾ ਲਾਲੂ ਜੀ, ਤੁਸੀਂ ਸਾਡਾ ਬਚਨ ਸੁਣੋ, ਕਿਉਂਕਿ ਤੁਸੀਂ ਜੋ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਸਨ ਬਾਬਾ ਕਲਿਆਣ ਚੰਦ ਜੀ, ਉਹਨਾਂ ਦੇ ਤੁਸੀਂ ਭਰਾ ਹੋ। ਜਾਨਨ ਜਨਕ ਨਾਨਕ ਨਹਿਨਾ। ਨਾ ਤੇ ਹੁਣ ਗੁਰੂ ਨਾਨਕ ਸਾਹਿਬ ਜੀ ਸਰੀਰ ਕਰਕੇ ਹੈ, ਨਾ ਮਾਤਾ ਤ੍ਰਿਪਤਾ ਜੀ, ਨਾ ਬਾਬਾ ਕਾਲੂ ਜੀ। ਤੁਮ ਤੇ ਅਬ ਹੈ ਅਗਾਤ। ਇਸ ਕਰਕੇ ਹੁਣ ਕਿਹੜਾ ਹੈ ਜਿਹੜਾ ਸਾਨੂੰ ਜਨਮ ਪੱਤਰੀ ਲੱਭ ਕੇ ਦਵੇ। ਇਹ ਤੁਸੀਂ ਇਦਾਂ ਨਾ ਹੁਣ ਕਹੋ, ਇਹ ਤੇ ਤੁਹਾਡੇ ਕੋਈ ਪ੍ਰਾਪਤ ਹੋਣੀ ਹੈ। ਚੌਪਈ ਤੁਮ ਬਿਨ ਕੌਣ ਕਰੇ ਹਮ ਕਾਮਾ। ਐ ਬਾਬਾ ਲਾਲੂ ਜੀ ਦੱਸੋ ਕਿ ਹੁਣ ਜਦੋਂ ਮਾਤਾ ਜੀ ਨਹੀਂ ਹਨ, ਪਿਤਾ ਜੀ ਨਹੀਂ ਹਨ, ਗੁਰੂ ਨਾਨਕ ਸਾਹਿਬ ਜੀ ਨਹੀਂ ਹਨ, ਤੇ ਤੁਹਾਡੇ ਬਿਨਾ ਸਾਡਾ ਇਹ ਕੌਣ ਹੈ ਜਿਹੜਾ ਇਹ ਕੰਮ ਕਰੇ। ਭਵ ਪਤਰੀ ਉਠ ਖੋਜੋ ਧਾਮਾ। ਐਵੇਂ ਜਿਹੜੀ ਆ ਘਰ ਦੇ ਵਿੱਚ ਜਾਓ, ਉੱਠੋ, ਤੇ ਜਿਹੜੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਹੈ ਉਹ ਵੀ ਲੱਭੋ। ਬਾਲੇ ਕੀ ਸੁਣ ਗਿਰਾ ਰਸਾਲੂ। ਬਾਬਾ ਲਾਲੂ ਚੰਦ ਜੀ ਨੇ ਭਾਈ ਬਾਲੇ ਜੀ ਦੇ ਇਸ ਤਰ੍ਹਾਂ ਸੁੰਦਰ ਬਚਨ ਜਦੋਂ ਸੁਣੇ ਐ। ਕਾਗਰ ਗ੍ਰਹਿ ਖੋਜਤ ਭਾ ਲਾਲੂ। ਭਾਵੇਂ ਕਿ ਬੜੇ ਬਜ਼ੁਰਗ ਹੋ ਗਏ ਐ, 100 ਸਾਲ ਦੀ ਉਮਰ ਹੋ ਚੱਲੀ ਐ, ਤੇ ਜਿਹੜਾ ਸਰੀਰ ਆ ਉਹ ਵੀ ਬਲ ਤੋਂ ਬਿਨਾ ਹੋ ਗਿਆ, ਤੁਰਿਆ ਫਿਰਿਆ ਨਹੀਂ ਨਾ ਜਾਂਦਾ, ਤੇ ਉਹ ਸੁੰਦਰ ਬਚਨ ਸੁਣ ਕੇ ਉੱਠੇ ਐ। ਤੇ ਕਾਗਰ ਗ੍ਰਹਿ, ਜਿੱਥੇ ਕਾਗਜ਼ਾਂ ਦਾ ਇੱਕ, ਜਿੱਥੇ ਲੇਖੇ ਵਹੀਆਂ ਕਾਗਜ਼ ਪੱਤਰ ਪਏ ਹੋਏ ਐ ਪਟਵਾਰ ਪੁਣੇ ਦੇ, ਉਹਦੇ ਵਿੱਚ ਲੱਭਣ ਲੱਗ ਪਏ। ਖੋਜਤ ਖੋਜਤ ਪਤਰੀ ਜਬ ਹੀ। ਐਵੇਂ ਜਿਹੜੀ ਸਤਿਗੁਰ ਜੀ ਦੇ ਜਨਮ ਪੱਤਰੀ ਹੈ, ਆ ਕਈ ਦਿਨ ਆ ਜਦੋਂ ਲੱਭਦਿਆਂ ਦਿਵਸ ਪੰਜਵੇਂ ਪਾਈ ਤਬਹੀ। 5ਵਾਂ ਦਿਨ ਚੜ੍ਹ ਆਇਆ ਹੈ, 5 ਦਿਨ ਲੱਗ ਗਏ ਕਾਗਜ਼ ਫੋਲਦਿਆਂ
ਤਾਂ ਜਿਹੜੀ ਜਨਮ ਪੱਤਰੀ ਪਾਈ ਹੈ। ਦੀਨੀ ਲਾਲੂ ਨੈ ਕਰ ਬਾਲਾ। ਭਾਈ ਬਾਲਾ ਜੀ ਦੇ ਹੱਥ ਵਿੱਚ ਬਾਬਾ ਲਾਲੂ ਜੀ ਨੇ ਉਹ ਪੱਤਰੀ ਦੇ ਦਿੱਤੀ। ਤਾਹੇ ਦਈ ਕਰ ਪੰਨੂ ਲਾਲਾ। ਭਾਈ ਬਾਲਾ ਜੀ ਨੇ ਬਾਬਾ ਲਾਲੂ ਜੀ ਦੇ ਹੱਥ ਵਿੱਚੋਂ ਲੈ ਕਰਕੇ ਅੱਗੇ ਜੋ ਭਾਈ ਲਾਲਾ ਪੰਨੂ ਨਾਲ ਸਿੱਖ ਆਇਆ ਸੀ ਉਹਦੇ ਹੱਥ ਵਿੱਚ ਦੇ ਦਿੱਤੀ। ਲੈ ਪੰਨੂ ਪੁਨ ਬਚਨ ਉਚਾਰੇ। ਭਾਈ ਜੋ ਲਾਲਾ ਪੰਨੂ ਜੀ ਸਨ, ਜਦੋਂ ਉਹਨਾਂ ਦੇ ਹੱਥ ਵਿੱਚ ਜਨਮ ਪੱਤਰੀ ਦੇ ਦਿੱਤੀ ਤੇ ਉਹ ਐਵੇਂ ਉਹਨਾਂ ਕਿਹਾ ਭਾਈ ਬਾਲਾ ਜੀ ਨੂੰ, ਬਾਲੇ ਚਲਿਏ ਸੰਗ ਹਮਾਰੇ। ਕਿਆ ਹੈ ਕਿ ਭਾਈ ਬਾਲਾ ਜੀ ਤੁਸੀਂ ਸਮਝਦੇ ਹੋਗੇ ਕਿ ਆ ਜਨਮ ਪੱਤਰੀ ਮੈਨੂੰ ਦੇ ਦਿੱਤੀ ਹੈ ਤੇ ਮੈਂ ਇਕੱਲਾ ਚਲਿਆ ਜਾਵਾਂਗਾ ਖਡੂਰ ਸਾਹਿਬ। ਐਵੇਂ ਨਹੀਂ ਹੈ। ਇਹ ਭਾਈ ਬਾਲਾ ਜੀ ਆ ਤੁਸੀਂ ਆ ਨਾਲ ਹੀ ਸਾਡੇ ਚੱਲੋ ਖਡੂਰ ਸਾਹਿਬ। ਫੇਰ ਹੈ ਗੁਰ ਔਰ ਹਰਖ ਅਪਾਰਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਇਹ ਜਨਮ ਪੱਤਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਰਸ਼ਨ ਕਰਨਗੇ, ਆ ਹਿਰਦੇ ਵਿੱਚ ਆ ਬਹੁਤ ਹੀ ਜਿਹੜੀਆਂ ਖੁਸ਼ੀਆਂ ਤੁਹਾਨੂੰ ਸਾਨੂੰ ਬਖਸ਼ਣਗੇ। ਪਰਮ ਪ੍ਰਸਿੱਧ ਹੈ ਪਰ ਉਪਕਾਰਾ। ਬਹੁਤ ਪ੍ਰਸੰਨ ਹੋਣਗੇ ਤੁਹਾਡਾ ਇਹ ਪਰਉਪਕਾਰ ਜਾਣ ਕੇ, ਤੁਹਾਨੂੰ ਬੜੇ ਵਰ ਬਖਸ਼ਣਗੇ। ਸੁਨ ਸ਼ਰੋਨਨ ਮਨ ਮਹਿ ਅਨੁਮਾਨੀ। ਸੁਣ ਕੇ ਭਾਈ ਲਾਲਾ ਪੰਨੂ ਜੀ ਦੇ ਬਚਨ ਭਾਈ ਬਾਲਾ ਜੀ ਨੇ ਆਪਣੇ ਕੰਨਾਂ ਵਿੱਚ ਤੇ ਐਵੇਂ ਸੋਚਣ ਲੱਗਾ ਮਨ ਵਿੱਚ, ਬਾਨੀ ਭਨਤ ਸੁਖਨ ਮਮਸਾਨੀ। ਵੀ ਇਹ ਜਿਹੜਾ ਭਾਈ ਲਾਲਾ ਪੰਨੂ ਇਹ ਬਚਨ ਕਹਿ ਰਿਹਾ ਏ, ਮੇਰੇ ਸੁੱਖ ਮੈਨੂੰ ਸੁੱਖ ਦੇਣ ਵਾਲੀ ਸੁੱਖ ਵਿੱਚ ਮਿਲੀ ਹੋਈ ਬਾਣੀ ਇਹ ਕਹਿ ਰਿਹਾ ਹੈ। ਗਮਨੇ ਜੁਗਲ ਸੰਗ ਮਗ ਮਾਹੀ। ਐਵੇਂ ਫਿਰ ਇਕੱਠੇ ਦੋਵੇਂ ਹੋ ਕਰਕੇ ਤੇ ਰਸਤੇ ਖਡੂਰ ਸਾਹਿਬ ਦੇ ਚੱਲ ਪਏ ਹਨ। ਬਾਲਾ ਪੁਨ ਪੰਨੂ ਦਿਸਤਾਹੀ। ਭਾਈ ਬਾਲਾ ਜੀ ਤੇ ਪੰਨੂ ਗੋਤ ਦੇ ਭਾਈ ਲਾਲਾ ਜੀ ਆ ਖਡੂਰ ਸਾਹਿਬ ਦੀ ਤਰਫ ਵੱਲ। ਦੋਹਰਾ ਲਾਲੂ ਚਲਤਿਓ ਮਿਲ ਤਬੈ। ਜਦੋਂ ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਜੀ ਚੱਲਣ ਲੱਗੇ ਐ ਤੇ ਬਾਬਾ ਲਾਲੂ ਜੀ ਉਹ ਚੱਲਦਿਆਂ ਸਮੇਂ ਉਹਨਾਂ ਨੂੰ ਤਦੋਂ ਅੱਗੇ ਮਿਲ ਕੇ ਪੈਸੇ 5 ਨਲੇਰ 5 ਪੈਸੇ ਤੇ 1 ਨਾਰੀਅਲ ਦੇ ਕੇ ਆਪਣੀ ਦਿਸ਼ ਤੇ ਭੇਟ ਦੀ ਆਪਣੀ ਤਰਫੋਂ ਭੇਟ ਦਿੱਤੀ ਹੈ। ਬੋਲਿਓ ਮੁਖ ਤੇ ਫਿਰ ਮੁਖੋਂ ਬਾਬਾ ਲਾਲੂ ਜੀ ਬੜੇ ਬਜ਼ੁਰਗ ਹੋਏ ਐ ਤੇ ਇਸ ਤਰ੍ਹਾਂ ਬੋਲੇ ਐ। ਪਹਿਲਾਂ ਸਾਧ ਸੰਗਤ ਜੀ ਐਵੇਂ ਉਹ ਮਾਇਆ ਦੇ ਜਦੋਂ ਮਾਇਆ ਨਾ ਬਹੁਤੀ ਹੋਣੀ ਤੇ ਇਸ ਤਰ੍ਹਾਂ ਪਤਾਸੇ ਮਿਸ਼ਰੀ ਆਦਿਕ ਉਹ ਦੇ ਦਿੰਦੇ ਹੁੰਦੇ ਸੀ, ਜਾਂ ਗੇਹੂੰ ਕਣਕ ਚੌਲ ਆਦਿ ਮਾਣ ਸਤਿਕਾਰ ਵਾਸਤੇ। ਜਿਹਨੂੰ ਦੇਣਾ ਉਹਨੇ ਵੀ ਬੜਾ ਪ੍ਰਸੰਨ ਹੋਣਾ ਵੀ ਮੇਰਾ ਸਤਿਕਾਰ ਕੀਤਾ ਹੈ। ਐਵੇਂ ਬਾਬਾ ਲਾਲੂ ਜੀ ਜਦੋਂ ਭਾਈ ਬਾਲਾ ਹੁਣੀ ਚੱਲਣ ਲੱਗੇ ਐ ਤੇ 5 ਪੈਸੇ ਤੇ ਨਾਰੀਅਲ ਤੇ ਉਹ ਸਤਿਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਦਿੱਤੀ ਹੈ ਤੇ ਫਿਰ ਮੁਖੋਂ ਐਵੇਂ ਬਚਨ ਬੋਲੇ ਐ। ਜੋ ਪਈ ਹਮਾਰੀ ਦਿਸ਼ ਤੇ ਦੇਹੋ ਸੰਦੇਸ਼ਾ। ਐ ਵੀ ਭਾਈ ਬਾਲਾ ਜੀ ਸਾਡੀ ਤਰਫੋਂ ਅੱਜ ਗੁਰੂ ਅੰਗਦ ਦੇਵ ਮਹਾਰਾਜ ਨੂੰ ਆ ਸੁਨੇਹਾ ਦਿਓ ਜੀ। ਸ੍ਰੀ ਅੰਗਦ ਜਿਸ ਦੋਸ਼ ਨਾ ਲੇਸ਼ਾ। ਜੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਦਾਸਾਂ ਨੂੰ ਅੰਗ ਦੇਣ ਪੱਖ ਦੇਣ ਵਾਲੇ ਐ, ਜਿਨ੍ਹਾਂ ਦੇ ਅੰਦਰ ਕੋਈ ਦੋਸ਼ ਐਬ ਹੈ ਨਹੀਂ ਹੈ। ਇਹ ਨਿਰਲੇਪ ਹੈ ਸਤਿਗੁਰੂ ਆ ਦੋਸ਼ਾਂ ਐਬਾਂ ਤੋਂ। ਸ੍ਰੀ ਚੰਦ ਜੇ ਰਿਸ ਕੋ ਧਰੈ। ਉਹਨਾਂ ਨੂੰ ਸਾਡੇ ਵੱਲੋਂ ਕਹਿਓ ਕਿ ਜੇ ਇਹ ਜੋ ਸ਼੍ਰੀ ਚੰਦ ਜੀ ਹੈ ਇਹ ਬੜੇ ਕਰੋਧੀ ਹੈ, ਬੜੇ ਗੁੱਸੇ ਵਾਲੇ ਹੈ, ਜੇ ਕਦੇ ਗੁੱਸੇ ਵਿੱਚ ਆ ਕੇ ਤੁਹਾਨੂੰ ਕੋਈ ਆ ਬੁਰਾ ਭਲਾ ਕਹਿਣ। ਸ਼ਿਮਾ ਧਰਤ ਜਿਉ ਤਹੇ ਪਰ ਕਰੈ। ਆ ਜਿਵੇਂ ਉਹਨਾਂ ਨੂੰ ਕਹਿਣਾ ਕਿ ਇਹ ਗੁਰੂ ਅੰਗਦ ਦੇਵ ਮਹਾਰਾਜ ਜਿਵੇਂ ਆ ਧਰਤੀ ਸ਼ਿਮਾ ਰੱਖਦੀ ਹੈ ਨਾ, ਜੋ ਬਸਦਾ ਕੋ ਖੋਦੈ ਚੰਦਨ ਲੇਪ, ਕਿ ਜਿਵੇਂ ਧਰਤੀ ਨੂੰ ਵੇਖੋ ਕੋਈ ਪੁੱਟੀ ਜਾਵੇ
ਆ ਪੋਚਾ ਫੇਰੀ ਜਾਵੇ ਕੇਸਰ ਦਾ, ਚੰਦਨ ਦਾ, ਧਰਤੀ ਨੂੰ ਕੋਈ ਨਹੀਂ ਹੈ। ਕੋਈ ਅਸੀਂ ਗੰਦ ਪਾਉਂਦੇ ਆ, ਕੋਈ ਸਫਾਈ ਕਰਦੇ ਆ, ਪਰ ਧਰਤੀ ਨੇ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ। ਇਵੇਂ ਉਹਨਾਂ ਨੂੰ ਕਹਿਣਾ ਕਿ ਜਿਵੇਂ ਧਰਤੀ ਛਿਮਾ ਰੱਖਦੀ ਹੈ, ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਜ ਜੇ ਕਿਤੇ ਬਾਬਾ ਸ਼੍ਰੀ ਚੰਦ ਕ੍ਰੋਧ ਵਿੱਚ ਆ ਕੇ ਬੁਰਾ ਭਲਾ ਕਹਿ ਵੀ ਦੇਣ, ਆ ਧਰਤੀ ਵਾਂਗ ਜਾਂ ਛਿਮਾ ਹੀ ਕਰਨ ਉਹਨਾਂ ਉੱਪਰ ਬਖਸ਼ੀ ਦੇਣ। ਬਾਲੇ ਬਹਰੋ ਬਚਨ ਉਚਾਰਾ, ਭਾਈ ਬਾਲਾ ਜੀ ਨੇ ਸੁਣ ਕੇ ਆ ਬਚਨ ਕਿਹਾ, ਸ੍ਰੀ ਅੰਗਦ ਨਾਨਕ ਅਵਤਾਰਾ। ਕਿਹਾ ਕਿ ਬਾਬਾ ਲਾਲੂ ਜੀ ਜੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਉਹ ਐਵੇਂ ਨਹੀਂ ਹੈ, ਉਹ ਤੇ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਹੀ ਅਵਤਾਰ ਹੈ। ਪੰਜ ਦੋਖ ਨਹਿ ਤਿਨ ਮਹਿ ਪਾਵਹਿ। ਅੱਜ ਜਿਵੇਂ ਦੁਨੀਆ ਦੇ ਲੋਕਾਂ ਵਿੱਚ ਜਾਂ ਸਾਡੇ ਤੁਹਾਡੇ ਵਿੱਚ ਜਿਵੇਂ ਆ ਪੰਜ ਦੋਸ਼ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਜਾਂਦਾ ਹੈ, ਗੁਰੂ ਅੰਗਦ ਦੇਵ ਮਹਾਰਾਜ ਵਿੱਚ ਇਹੋ ਜਿਹੇ ਜਿਹੜੇ ਦੋਸ਼ ਹੈ ਸਰੀਰ ਵਿੱਚ ਨਹੀਂ ਪਾਏ ਜਾਂਦੇ, ਉਹ ਤੇ ਨਿਰਲੇਪ ਹਨ, ਰੱਬ ਰੂਪ ਹੈ। ਨਿਕਟ ਤਰਨ ਜਿਉ ਤਿਮਰ ਨਾ ਆਵਹਿ। ਜਿਵੇਂ ਸੂਰਜ ਦੇ ਨੇੜੇ ਹਨੇਰਾ ਕਿਤੇ ਨੇੜੇ ਤੱਕ ਨਹੀਂ ਆਉਂਦਾ ਹੈ, ਜਿੱਥੇ ਸੂਰਜ ਹੋਵੇ ਉੱਥੇ ਹਨੇਰਾ ਨਹੀਂ ਹੈ, ਇਵੇਂ ਗੁਰੂ ਅੰਗਦ ਦੇਵ ਮਹਾਰਾਜ ਸੂਰਜ ਸਮਾਨ ਹੈ। ਇਹ ਜਿਹੜੇ ਦੋਸ਼ ਹੈ ਕਾਮ, ਕ੍ਰੋਧ, ਹਨੇਰੇ ਵਾਂਗ ਕਦੀ ਨੇੜੇ ਨਹੀਂ ਢੁਕਦੇ। ਸਮ ਦਮ ਸੋ ਤਨ ਗਿਆਨ ਸੁਹਾਵਹਿ। ਜੇ ਕੋਈ ਮੈਨੂੰ ਪੁੱਛੇ ਵੀ ਗੁਰੂ ਅੰਗਦ ਦੇਵ ਜੀ ਕੈਸੇ ਹੈ, ਉਹਨਾਂ ਨੇ ਤੇ ਐ ਬਾਬਾ ਲਾਲੂ ਜੀ ਆ ਮਨ ਨੂੰ ਹੀ ਕਾਬੂ ਕੀਤਾ ਹੋਇਆ ਹੈ। ਆ ਜਿਹੜੇ ਇੰਦਰੀਆਂ ਹੈ, ਅੱਖਾਂ ਵੇਖਦੀਆਂ ਹੈ, ਕੰਨ ਸੁਣਦੇ ਹੈ, ਰਸਨਾ ਮਿੱਠਾ ਚੱਕਦੀ ਹੈ ਤੇ ਨੱਕ ਸੁਗੰਧੀਆਂ ਲੈਂਦਾ ਹੈ, ਇਹ ਪੰਜੇ ਵਿਸ਼ਿਆਂ ਤੋਂ ਹੀ ਜਿਹੜੀਆਂ ਇੰਦਰੀਆਂ ਨੂੰ ਦਮਨ ਕੀਤਾ ਹੋਇਆ ਹੈ। ਜਿਹੜਾ ਸਰੀਰ ਹੈ ਉਹ ਸਰੀਰ ਵਿੱਚ ਗਿਆਨ ਸੋਭ ਰਿਹਾ, ਉਹ ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਨੇ ਸਰੀਰ ਧਾਰਨ ਕੀਤਾ ਉਹ ਸਰੀਰ ਨਹੀਂ ਹੈ, ਮਾਨੋ ਗਿਆਨ ਨੇ ਹੀ ਸਰੀਰ ਧਾਰਨ ਕੀਤਾ ਹੈ। ਭਾਵ ਗੁਰੂ ਅੰਗਦ ਦੇਵ ਜੀ ਦੇ ਸੂਰਜ ਸਮਾਨ ਹਨ। ਆਤਪ ਭਗਤ ਜਗਤ ਵਿਦਤਾ ਵਹਿ। ਉਹ ਤੇ ਭਗਤੀ ਰੂਪੀ ਧੁੱਪ ਦੇ ਨਾਲ ਆ ਜਗਤ ਦੇ ਵਿੱਚ ਭਗਤੀ ਦੀ ਧੁੱਪ ਪ੍ਰਗਟ ਕਰਨਗੇ, ਪ੍ਰਕਾਸ਼ ਕਰਨਗੇ। ਪਤਰੀ ਲੈ ਚਲੇ ਤਤਕਾਲਾ। ਇਸ ਤਰ੍ਹਾਂ ਦੇ ਬਚਨ ਕਹਿ ਕਰਕੇ ਹੱਥ ਜੋੜ ਕੇ ਭਾਈ ਬਾਲਾ ਜੀ ਉਧਰੋਂ ਬਾਬਾ ਲਾਲੂ ਜੀ ਮਿਲੇ ਐ ਤੇ ਪੱਤਰੀ ਸਤਿਗੁਰੂ ਜੀ ਦੀ ਲੈ ਕੇ ਤੇ ਬੜੀ ਛੇਤੀ ਚੱਲੇ ਖਡੂਰ ਸਾਹਿਬ ਵੱਲ। ਜਹ ਖਡੂਰ ਮਹਿ ਗੁਰੂ ਕਿਰਪਾਲਾ। ਜਿੱਥੇ ਦਿਆਲੂ ਕਿਰਪਾਲੂ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਤਾਰ ਰਹੇ ਹਨ। ਦੋਹਰਾ ਵੈਸੇ ਅੰਗਦ ਰਾਜਹੀ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਬੜੇ ਬਿਰਾਜਮਾਨ ਹੋ ਕੇ ਸੱਜ ਧੱਜ ਰਹੇ, ਤਖਤਾਂ ਉੱਪਰ ਬਿਰਾਜਮਾਨ ਹੋ ਕੇ। ਬੰਦੇ ਪਦ ਅਰਬਿੰਦ। ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਜੀ ਗਏ ਐ, ਸਤਿਗੁਰੂ ਜੀ ਦੇ ਚਰਨ ਕਮਲਾਂ ਤੇ ਨਮਸਕਾਰਾਂ ਕੀਤੀਆਂ, ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਹੈ। ਹਿਰਦੇ ਪ੍ਰਸੀਦੇ ਸਤਿਗੁਰੂ। ਸਤਿਗੁਰੂ ਜੀ ਭਾਈ ਬਾਲਾ ਹੋਣਾ ਨੂੰ ਵੇਖ ਕੇ ਹਿਰਦੇ ਵਿੱਚ ਬਹੁਤ ਹੀ ਆਨੰਦ ਪ੍ਰਸੰਨ ਹੋਏ ਐ। ਕਹਿ ਰਹਿ ਚਿਤ ਗੋਬਿੰਦ। ਜਦੋਂ ਮੱਥਾ ਟੇਕਿਆ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਨ੍ਹਾਂ ਦਾ ਮੁਖਾਰ ਬਿੰਦ ਬੜਾ ਸੁੰਦਰ ਹੈ, ਨੇਤਰ ਬੜੇ ਸੁੰਦਰ ਹੈ, ਕਹਿਣ ਲੱਗੇ ਕਿ ਹੇ ਭਾਈ ਬਾਲਾ, ਹੇ ਭਾਈ ਲਾਲਾ ਪੰਨੂ ਜੀ, ਆ ਗੋਬਿੰਦ ਤੁਹਾਡੇ ਚਿੱਤ ਵਿੱਚ ਰਹੇ, ਤੁਹਾਨੂੰ ਕਦੀ ਨਾ ਭੁੱਲੇ ਪਰਮੇਸ਼ਰ। ਜੋ ਪਈ ਖੁਸ਼ੀ ਬਹੁਤ ਬਾਲੇ ਪਰ ਕੀਨੀ। ਗੁਰੂ ਅੰਗਦ ਦੇਵ ਮਹਾਰਾਜ ਨੇ ਭਾਈ ਬਾਲੇ ਉੱਪਰ ਬਹੁਤ ਹੀ ਜ਼ਿਆਦਾ ਹੀ ਖੁਸ਼ੀ ਕੀਤੀ ਹੈ। ਹੁਣ ਪਤਰੀ ਆਪਣੇ ਕਰ ਲੀਨੀ। ਫਿਰ ਜਿਹੜੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਹੈ ਉਹ ਆਪਣੇ ਸੁੰਦਰ ਹਸਤ ਕਮਲਾਂ ਵਿੱਚ ਲੈ ਲਈ ਗੁਰੂ ਅੰਗਦ ਦੇਵ ਜੀ ਨੇ। ਸਾਦਰ ਸੋ ਨਿਜ ਸੀਸ ਚੜਾਈ। ਉਹ ਪੱਤਰੀ ਨੂੰ ਦੇਖਿਆ ਹੈ ਨੇਤਰਾਂ ਨਾਲ, ਬੜਾ ਸਾਦਰ ਬੜੇ ਸਨਮਾਨ ਨਾਲ ਆਦਰ ਦੇ ਸਹਿਤ ਹੋ ਕਰਕੇ ਤੇ ਉਹ ਪੱਤਰੀ ਨੂੰ ਆਪਣੇ ਸੀਸ ਉੱਪਰ ਹੀ ਗੁਰੂ ਅੰਗਦ ਦੇਵ ਜੀ ਨੇ ਰੱਖ ਲਿਆ ਹੈ। ਭਾਉ ਬਹੁਤ
ਕਰ ਉਰ ਮਹਿਲਾਈ। ਬਹੁਤਾ ਪ੍ਰੇਮ ਕਰਕੇ ਉਸ ਪੱਤਰੀ ਨੂੰ ਛਾਤੀ ਨਾਲ ਲਾਇਆ ਕਿ ਮੇਰੇ ਪਿਆਰੇ ਦੀ ਇਹ ਜਨਮ ਪੱਤਰੀ ਹੈ। ਦਰਸ਼ਨ ਤੁਮ ਕਰਵਾਇਓ ਗੁਰ ਕਾ। ਐ ਭਾਈ ਬਾਲਾ ਜੀ ਇਹ ਪੱਤਰੀ ਨਹੀਂ ਹੈ, ਇਹ ਪੱਤਰੀ ਦੇ ਵਿੱਚ ਦੀ ਤੁਸਾਂ ਨੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰਵਾ ਦਿੱਤਾ ਹੈ। ਜਿਸ ਤੇ ਭ੍ਰਮ ਭਾਗਿਓ ਹੈ ਊਰ ਕਾ। ਔਰ ਕਾ ਜਿਨ੍ਹਾਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਕੇ ਆ ਜਿਹੜੇ ਭਰਮ ਸਨ ਬੜੇ ਪਏ ਹੋਏ ਜਨਮਾਂ ਦੇ ਇਹ ਤੇ ਭੁਲਾ ਹੀ ਦਿੱਤੇ ਹਿਰਦੇ ਵਿੱਚੋਂ। ਐਸੀ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਸੀ। ਸਹਸ ਕ੍ਰਿਤ ਅਛਰ ਜਬ ਚੀਨੇ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹ ਪੱਤਰੀ ਦਾ ਪ੍ਰਕਾਸ਼ ਕੀਤਾ, ਭਾਵ ਖੋਲੀ ਹੈ, ਉਹਦੇ ਵਿੱਚ ਸਹਿਸਕ੍ਰਿਤੀ ਦੇ ਸੰਸਕ੍ਰਿਤ ਦੇ ਅੱਖਰ ਜਿਹੜੇ ਲਿਖੇ ਹੋਏ ਸੀ ਉਹ ਜਦੋਂ ਜਾਣੇ ਹੈ। ਤਬ ਅੰਗਦ ਜੀ ਬਚਨ ਸੋ ਕੀਨੇ। ਤਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜੋ ਬੜੇ ਮਹਾਨ ਹੈ, ਐਵੇਂ ਸਿੱਖਾਂ ਵਿੱਚ ਬਚਨ ਕੀਤਾ। ਇਨ ਅਸ਼ਰਨ ਕੋ ਜੋ ਜਾਣਾ। ਕਿਆ ਹੈ ਕਿ ਭਾਈ ਸਿੱਖੋ ਇਹ ਜਿਹੜੇ ਅੱਖਰ ਲਿਖੇ ਹੋਏ ਸੰਸਕ੍ਰਿਤ ਵਿੱਚ ਵੀ ਜਿਹੜਾ ਕੋਈ ਜਾਣਦਾ ਹੈ ਸੋ ਜਾ ਕੋ ਪੜ ਅਰਥ ਬਖਾਨਾ। ਉਹ ਇਸ ਪੱਤਰੀ ਨੂੰ ਪੜ੍ਹੇ ਤੇ ਪੜ੍ਹ ਕੇ ਦੇ ਜਿਹੜੇ ਮਹਿਣੇ ਆ ਅਰਥ ਉਹ ਕਹੇ। ਗੁਰਮੁਖੀ ਚਾਹੀਏ ਕਰਵਾਈ। ਤੇ ਨਾਲ ਹੀ ਕਿਹਾ ਵੀ ਐ ਸਿੱਖੋ ਭਾਈ ਬਾਲਾ ਜੀ ਇਹ ਜਿਹੜੀ ਪੱਤਰੀ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ ਇਹਨੂੰ ਗੁਰਮੁਖੀ ਦੇ ਅੱਖਰਾਂ ਵਿੱਚ ਵੀ ਕਰਵਾਉਣੀ ਚਾਹੀਏ। ਪੜ੍ਹੇ ਸੁਨਹਿ ਸਿੱਖ ਗੁਰਮਤਿ ਪਾਈ। ਜਿਸ ਦਾ ਇਹ ਫਲ ਹੋਵੇਗਾ ਕਿ ਗੁਰੂ ਕੇ ਸਿੱਖ ਗੁਰੂ ਦੀ ਮੱਤ ਵਾਲੇ ਜਿਹੜੇ ਪੜ੍ਹਨਗੇ, ਪੜ੍ਹ ਕੇ ਫਿਰ ਸੁਣਨਗੇ, ਉਹ ਵੀ ਗੁਰੂ ਦੀ ਮੱਤ ਪ੍ਰਾਪਤ ਕਰ ਲੈਣਗੇ, ਪਾ ਲੈਣਗੇ। ਸੋਰਠਾ ਸਤਿਗੁਰ ਕਿਰਪਾ ਨਿਦਾਨ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਜੋ ਕਿਰਪਾ ਦੇ ਖਜ਼ਾਨੇ ਮਹਾਨ ਵੱਡੇ। ਸ੍ਰੀ ਨਾਨਕ ਜਗ ਬਿਦਤ ਜਬ। ਜਿਸ ਵਕਤ ਸੋਭਾ ਵਾਲੇ ਸ਼੍ਰੋਮਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਜਗਤ ਵਿੱਚ ਪ੍ਰਗਟ ਸਨ। ਸੰਗਤ ਕੀਨ ਮਹਾਨ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੋਰ ਸਿੱਖਾਂ ਬੇਅੰਤਾਂ ਨੇ ਆ ਸੰਗਤ ਕੀਤੀ ਸੀ ਬੜੀ ਵੱਡੀ ਗੁਰੂ ਸਾਹਿਬ ਜੀ ਦੀ। ਜਾਨੀ ਵਿਦਿਆ ਬਰਨ ਤਬ। ਉਦੋਂ ਹੀ ਇਹ ਗੁਰਮੁਖੀ ਦੇ ਅੱਖਰਾਂ ਦੀ ਜਿਹੜੀ ਵਿਦਿਆ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਪੈੜਾ ਮੁਖਾ ਆਦਿਕ ਸਿੱਖਾਂ ਨੇ ਆ ਜਾਣ ਲਈ ਸੀ, ਸਿੱਖ ਲਈ ਸੀ। ਦੋਹਰਾ ਮਹਿਮਾ ਖਹਿਰਾ ਜੱਟ ਇੱਕ। ਤੇ ਉੱਥੇ ਹੀ ਜਦੋਂ ਇਹ ਸਾਰੀ ਵਿਚਾਰ ਹੋ ਰਹੀ ਸੀ, ਇੱਕ ਮਹਿਮਾ ਸਿੱਖ ਜੋ ਖਹਿਰਾ ਗੋਤ ਦਾ ਇੱਕ ਜ਼ਿਮੀਦਾਰ ਜੱਟ ਸੀ। ਕਹੈ ਸ੍ਰੀ ਅੰਗਦ ਪਾਸ। ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਉਹ ਪਾਸ ਹੀ ਸੀ, ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਨਾ ਕਿ ਗੁਰਮੁਖੀ ਦੇ ਵਿੱਚ ਲਿਖਵਾਉਣੀ ਚਾਹੀਦੀ ਹੈ ਜਨਮ ਪੱਤਰੀ। ਭਾਈ ਮਹਿਮਾ ਜੀ ਜੋ ਖਹਿਰਾ ਗੋਤ ਦੇ ਇੱਕ ਜ਼ਿਮੀਦਾਰ ਸੀ, ਉਹਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਪਾਸ ਇਸ ਤਰ੍ਹਾਂ ਕਿਹਾ। ਪੈੜਾ ਮੁਖਾ ਖੱਤਰੀ। ਕਿਹਾ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਕ ਪੈੜਾ ਮੁਖਾ ਖੱਤਰੀ ਜਾਤ ਵਿੱਚੋਂ ਸਿੱਖ ਹੈ। ਸੁਲਤਾਨਪੁਰ ਬਾਸ। ਉਸ ਦਾ ਜਿਹੜਾ ਨਗਰ ਦਾ ਨਿਵਾਸ ਹੈ, ਜਿੱਥੇ ਉਹ ਰਹਿੰਦਾ, ਉਹ ਸੁਲਤਾਨਪੁਰ ਵਿੱਚ ਵਸਦਾ ਹੈ। ਚੌਪਈ ਅਛਰ ਜਾਣਤ ਹੈ ਵਹ ਦੋ। ਮਹਾਰਾਜ ਉਹ ਜੋ ਭਾਈ ਪੈੜਾ ਮੁਖਾ ਉਹ ਦੋਨੋਂ ਪ੍ਰਕਾਰ ਦੇ ਅੱਖਰ ਜਾਣਦਾ, ਭਾਵ ਸ਼ਾਸਤਰੀ ਵਿਦਿਆ ਵੀ ਜਾਣਦਾ ਹੈ ਤੇ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਏ ਗੁਰਮੁਖੀ ਅੱਖਰ ਵੀ ਉਹ ਜਾਣਦਾ ਹੈ। ਪੜ੍ਹ ਲਿਖ ਹੈ ਬੁਲਵਾਈਏ ਸੋ। ਉਹ ਪੜ੍ਹ ਲਿਖ ਸਕਦਾ ਹੈ ਇਸ ਭਾਸ਼ਾ ਨੂੰ, ਸੰਸਕ੍ਰਿਤ ਵੀ ਪੜ੍ਹ ਲੈਂਦਾ, ਲਿਖ ਵੀ ਲੈਂਦਾ ਹੈ। ਇਸੇ ਤਰ੍ਹਾਂ ਉਹ ਗੁਰਮੁਖੀ ਪੜ੍ਹ ਲਵੇਗਾ, ਉਹਦੇ ਪਾਸੋਂ ਹੀ ਮਹਾਰਾਜ ਲਿਖਵਾ ਲਈਏ ਤੇ ਉਸ ਨੂੰ ਬੁਲਵਾ ਲਈਏ ਜੀ। ਸ੍ਰੀ ਅੰਗਦ ਕਹੈ ਤੁਮ ਹੀ ਜਾਵੋ। ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਕਿ ਭਾਈ ਮਹਿਮਾ ਇਸ ਬਾਰੇ ਹੋਰ ਕੌਣ ਜਾਣਦਾ ਹੈ, ਇਹ ਜਿਹੜਾ ਕੰਮ ਹੈ ਵੀ ਤੁਸੀਂ ਕਰੋ, ਤੁਸੀਂ ਚਲੇ ਜਾਓ ਉਹਦੇ ਘਰ। ਕਰ ਸਤਕਾਰ ਤੁਰਤ ਲੈ ਆਵੋ। ਉਹਨਾਂ ਦਾ ਬੜਾ ਸਤਕਾਰ ਕਰਕੇ, ਗੁਰੂ ਕਾ ਸਿੱਖ ਹੈ, ਫਿਰ ਗੁਰਮੁਖੀ ਜਾਣਦਾ, ਵਿਦਵਾਨ ਵੀ ਹੈ,
ਉਹਨਾਂ ਦਾ ਸਤਿਕਾਰ ਕਰਕੇ ਬੜੀ ਛੇਤੀ ਇੱਥੇ ਲੈ ਆਓ। ਮਹਿਮਾ ਪਹੁੰਚਿਓ ਤਾਹੇ ਅਵਾਸਾ। ਤੇ ਭਾਈ ਮਹਿਮਾ ਜੀ ਇਸ ਤਰ੍ਹਾਂ ਭਾਈ ਪੈੜਾ ਮੁਖਾ ਦੇ ਘਰ ਸੁਲਤਾਨਪੁਰ ਵਿੱਚ ਬੜੀ ਛੇਤੀ ਸਫ਼ਰ ਤੈਅ ਕਰਕੇ ਜਾ ਪਹੁੰਚਿਆ। ਆਨਿਓ ਜਸ ਪਦ ਸਤਿਗੁਰ ਪਾਸਾ। ਤੇ ਸਤਿਗੁਰੂ ਪਾਸ ਬੜੀ ਛੇਤੀ ਲੈ ਆਂਦਾ। ਜਾ ਕੇ ਕਿਹਾ ਕਿ ਭਾਈ ਪੈੜਾ ਮੁਖਾ ਜੀ ਜੋ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਉਹਨਾਂ ਤੁਹਾਨੂੰ ਬੁਲਾਇਆ ਹੈ। ਭਾਈ ਪੈੜਾ ਮੁਖਾ ਨੇ ਦੇਰ ਨਹੀਂ ਲਾਈ ਹੈ, ਬੜੀ ਛੇਤੀ ਆਏ ਹੈ। ਇਸ ਤਰ੍ਹਾਂ ਦੋਵੇਂ ਸਿੱਖ ਖਡੂਰ ਸਾਹਿਬ ਬੜੀ ਜਲਦੀ ਪਹੁੰਚ ਗਏ। ਪਰਿਓ ਚਰਨ ਗੁਰ ਆਗਿਆ ਦੀਨੀ। ਭਾਈ ਪੈੜਾ ਮੁਖਾ ਗੁਰੂ ਸਾਹਿਬ ਜੀ ਦੇ ਚਰਨੀ ਪਿਆ ਹੈ, ਮੱਥਾ ਟੇਕਿਆ। ਗੁਰੂ ਜੀ ਨੇ ਸਤ ਕਰਤਾਰ ਕਿਹਾ ਹੈ ਤੇ ਆਗਿਆ ਦਿੱਤੀ ਕਿ ਭਾਈ ਪੈੜਾ ਮੁਖਾ ਜੀ ਪੜ੍ਹੋ ਪਤਰਿਕਾ ਸੁਖ ਪਰਦ ਚੀਨੀ। ਇਹ ਜਿਹੜੀ ਸੁੱਖਾਂ ਦੀ ਦਾਤੀ ਹੈ ਗੁਰੂ ਸਾਹਿਬ ਜੀ ਦੀ ਜਿਹੜੀ ਜਨਮ ਪੱਤਰੀ ਹੈ, ਇਸ ਵੀ ਪੱਤਰੀ ਨੂੰ ਆਪ ਪੜ੍ਹਨਾ ਕਰੋ। ਕਰ ਮਹਲੇ ਪਤਰਿਕਾ ਬਾਚੀ। ਭਾਈ ਪੈੜਾ ਮੁਖਾ ਜੀ ਨੇ ਗੁਰੂ ਜੀ ਦੀ ਆਗਿਆ ਪਾ ਕੇ ਤੇ ਸਾਧ ਸੰਗਤ ਜੀ ਆਪਣੇ ਹੱਥ ਵਿੱਚ ਉਹ ਪੱਤਰਕਾ ਲੈ ਲਈ ਤੇ ਪੜ੍ਹਨੀ ਸ਼ੁਰੂ ਕਰ ਦਿੱਤੀ। ਜਨ ਬਾਣੀ ਰਸਨਾ ਪਰ ਨਾਚੀ। ਭਾਈ ਪੈੜਾ ਮੁਖਾ ਜੀ ਨੇ ਇੰਨੀ ਮਿੱਠੀ ਰਸਨਾ ਨਾਲ ਉਸ ਨੂੰ ਪੜ੍ਹਿਆ, ਮਾਨੋ ਕਹਿੰਦੇ ਜਿਹੜੀ ਉਹ ਕਵਿਤਾ ਦੀ ਦਾਤੀ ਸਾਰਦਾ ਉਹੀ ਨੱਚ ਰਹੀ ਹੈ ਰਸਨਾ ਉੱਪਰ। ਸੁਣ ਕਰ ਖੁਸ਼ੀ ਕਰੀ ਤੇ ਸਿੱਖ ਪਰ। ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਬਾਰੇ ਸਾਨੂੰ ਸੁਣਾਇਆ ਹੈ। ਉਸ ਸਿੱਖ ਪੈੜਾ ਮੁਖਾ ਉੱਪਰ ਗੁਰੂ ਸਾਹਿਬ ਜੀ ਨੇ ਬਹੁਤ ਹੀ ਖੁਸ਼ੀ ਕੀਤੀ ਹੈ। ਗੁਰਮੁਖੀ ਲਿਖੀਏ ਇਹ ਅੱਖਰ। ਫਿਰ ਕਿਹਾ ਕਿ ਭਾਈ ਪੈੜਾ ਮੁਖਾ ਜੀ ਜਿਹੜੀ ਸੰਸਕ੍ਰਿਤ ਵਿੱਚ ਜਨਮ ਪੱਤਰੀ ਲਿਖੀ ਹੈ, ਇਹਨੂੰ ਆ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਜਿਹੜੇ ਅੱਖਰ ਹੈ, ਭਾਵ ਜਿਹੜੀ ਗੁਰਮੁਖੀ ਹੈ ਉਹਦੇ ਵਿੱਚ ਲਿਖਣਾ ਕਰੀਏ। ਕਹਿ ਕਰ ਕਾਗਰ ਲੀਨ ਮੰਗਾਈ। ਇਸ ਤਰ੍ਹਾਂ ਕਹਿ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਕਾਗਦ ਕਲਮ ਸਿਆਹੀ ਇਤਿਆਦਿ ਸਮਾਨ ਮੰਗਵਾ ਲਿਆ। ਸ੍ਰੀ ਅੰਗਦ ਸਭ ਹੀ ਲਿਖਵਾਈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਵੇਂ ਭਾਈ ਬਾਲਾ ਜੀ ਉਚਾਰਨ ਕਰਦੇ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਪੈੜਾ ਮੁਖਾ ਪਾਸੋਂ ਲਿਖਵਾਉਂਦੇ ਸਾਰੀ ਕਥਾ। ਆਸਨ ਡਾਰ ਅਸੀਨਹਿ ਦਿਆਲਾ। ਇਵੇਂ ਅੰਮ੍ਰਿਤ ਵੇਲੇ ਗੁਰੂ ਜੀ ਇਸ਼ਨਾਨ ਕਰਕੇ ਤੇ ਤਖਤਾਂ ਉੱਪਰ ਦਿਆਲੂ ਕਿਰਪਾਲੂ ਸਤਿਗੁਰੂ ਜੀ ਆਪਣੇ ਤਖਤ ਉੱਪਰ ਸਜ ਧੱਜ ਬੈਠ ਜਾਂਦੇ ਹੈ। ਆਨ ਸੁਨਹਿ ਤਹਿ ਸਿੱਖ ਵਿਸਾਲਾ। ਉੱਥੇ ਬਹੁਤ ਸਿੱਖ ਜਿਹੜੇ ਆਣ ਕੇ ਗੁਰੂ ਜੀ ਦੀ ਕਥਾ ਸੁਣਨ ਲੱਗੇ ਐ। ਇੱਕ ਬੁੱਢਾ ਜੋ ਹੈ ਤਤਵੇਤਾ। ਇੱਥੇ ਹੁਣ ਜਿਹੜੇ ਕਥਾ ਦੇ ਸਰੋਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਜਿਹੜੀ ਆਪਾਂ ਕਥਾ ਸਰਵਣ ਕਰ ਰਹੇ ਹਾਂ, ਜਿਨ੍ਹਾਂ ਨੇ ਸਾਰੀ ਇਹ ਕਥਾ ਸੁਣੀ ਹੈ ਬਿਰਾਜਮਾਨ ਹੋ ਕੇ, ਉਹਨਾਂ ਸਿੱਖਾਂ ਦੇ ਨਾਮ ਆ ਰਹੇ ਹੈ ਕਿ ਇੱਕ ਤੇ ਹੈ ਜੋ ਬਾਬਾ ਬੁੱਢਾ ਸਾਹਿਬ ਜੀ ਤਤ ਬੇਤੇ, ਤਤ ਨੂੰ ਜਾਣਨ ਵਾਲੇ ਭਾਵ ਬ੍ਰਹਮ ਗਿਆਨੀ। ਮੋਹ ਆਦ ਜੋਦਾ ਅਤ ਜੇਤਾ। ਜਿਨ੍ਹਾਂ ਨੇ ਅਤਿਸ਼ੈ ਕਰਕੇ ਆ ਜਿਹੜੇ ਮੋਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਰੀ ਸੰਪਦਾ ਹੈ, ਇਹਨਾਂ ਨੂੰ ਤੇ ਐ ਜਿੱਤਿਆ ਹੋਇਆ ਹੈ। ਬਚਨ ਪਾਏ ਗੁਰ ਜੋ ਸਿਸ ਬੈਸਾ। ਜਿਨ੍ਹਾਂ ਨੇ ਆ ਬਾਲਕ ਉਮਰਾ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪਾ ਕੇ ਭਇਓ ਪਰਮ ਬ੍ਰਿਦਨ ਤਨ ਜੈਸਾ। ਤੇ ਗੁਰੂ ਸਾਹਿਬ ਜੀ ਦਾ ਬਚਨ ਪਾ ਕੇ ਜਿਵੇਂ ਕੋਈ ਬੜਾ ਬਜ਼ੁਰਗ ਹੋਵੇ ਇਹੋ ਜਿਹਾ ਸਰੀਰ ਜਾ ਉਹ ਧਾਰਨ ਕਰ ਲਿਆ ਸੀ। ਖਟ ਪਾਤਸ਼ਾਹੀ ਰਹਿਓ ਹਦੂਰਾ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਜੋ ਬ੍ਰਹਮ ਗਿਆਨੀ ਹੈ, ਜਿਨ੍ਹਾਂ ਨੇ 6 ਪਾਤਸ਼ਾਹੀਆਂ ਦੀ ਹਜ਼ੂਰੀ ਵਿੱਚ ਰਹੇ ਹੈ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਸੀ। ਇੱਥੇ ਕਵੀ ਜੀ ਨੇ 6 ਪਾਤਸ਼ਾਹੀਆਂ ਦਾ ਲਿਖਿਆ ਵੀ ਜਿਨ੍ਹਾਂ ਤੱਕ ਰਹੇ ਹੈ। ਉਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਨਹੀਂ ਸੀ ਭਾਵੇਂ ਮਿਲੀ, ਪਰ ਦਰਸ਼ਨ ਗੁਰੂ ਦਾ ਹੋ ਹੀ ਗਿਆ ਸੀ। ਗੁਰੂ ਤੇਗ ਬਹਾਦਰ ਜੀ ਦਾ ਵੀ ਦਰਸ਼ਨ ਹੋ ਗਿਆ ਸੀ। ਐਵੇਂ ਗੁਰੂ
ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਮਹਾਨ ਬ੍ਰਹਮ ਗਿਆਨੀ ਸਨ। ਨਿਪੁੰਨ ਸੇਵ ਮਹਿ ਬਚਨਨ ਪੂਰਾ। ਜੋ ਬਾਬਾ ਬੁੱਢਾ ਸਾਹਿਬ ਜੀ ਸੇਵਾ ਵਿੱਚ ਬੜੇ ਸਿਆਣੇ ਐ, ਬਚਨਾਂ ਦੇ ਬੜੇ ਪੂਰੇ ਐ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਉਹ ਬਲੀ ਬਾਬਾ ਬੁੱਢਾ ਸਾਹਿਬ ਜੀ ਸਨ। ਸੂਰਬੀਰ ਬਚਨ ਕੇ ਬਲੀ, ਆ ਬਚਨਾਂ ਦੇ ਬੜੇ ਪੂਰੇ ਸਨ। ਜੋ ਕਹਿੰਦੇ ਉਹ ਪੂਰਾ ਹੋ ਜਾਂਦਾ ਸੀ। ਸੋ ਸਰੋਤਾ ਬੈਸਿਓ ਮਤ ਧੀਰਾ। ਇਸ ਤਰ੍ਹਾਂ ਮਤ ਦੇ ਬੜੇ ਧੀਰਜਵਾਨ ਹੈ ਜੋ ਬਾਬਾ ਬੁੱਢਾ ਸਾਹਿਬ ਜੀ। ਇੱਕ ਤੇ ਇਹ ਸਰੋਤਾ ਬਣ ਕੇ ਉਹ ਕਥਾ ਸੁਣਨ ਵਾਸਤੇ ਬੈਠੇ ਸੀ। ਸੁਨਨ ਕਥਾ ਜੋ ਹਰ ਹੈ ਭਵ ਭੀਰਾ। ਇਸ ਤਰ੍ਹਾਂ ਕਥਾ ਸੁਣਦੇ ਐ ਜੋ ਕਥਾ ਸਤਿਗੁਰੂ ਜੀ ਦੀ ਐਸੀ ਮਹਾਨ ਹੈ ਕਿ ਜਨਮਾਂ ਦੀ ਪੀੜਾ, ਜੰਮਣ ਮਰਨ ਦੀ ਪੀੜਾ ਨੂੰ ਨਾਸ ਕਰਦੀ ਹੈ। ਅਮਰਦਾਸ ਤੇਜੋ ਕੇ ਨੰਦਨ। ਫਿਰ ਦੂਸਰੇ ਸਰੋਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਐਸੇ ਗੁਰੂ ਅੰਗਦ ਦੇ ਮਹਾਰਾਜ ਜੀ ਪਿਤਾ ਤੇਜ ਭਾਣ ਜੀ ਦੇ ਨੰਦਨ ਸਪੁੱਤਰ। ਸੇਵੇ ਜਿਨ ਅੰਗਦ ਦੁਖ ਕੰਦਨ। ਇਸ ਤਰ੍ਹਾਂ ਜਿਨ੍ਹਾਂ ਨੇ ਆ ਗੁਰੂ ਅੰਗਦ ਦੇ ਮਹਾਰਾਜ ਜੀ ਜਿਹੜੇ ਦੁੱਖਾਂ ਨੂੰ ਕੱਟਣ ਵਾਲੇ, ਉਹਨਾਂ ਦੀ 12 ਸਾਲ ਸੇਵਾ ਬੜੀ ਮਹਾਨ ਕੀਤੀ ਸੀ। ਗੁਰਤਾ ਪਾਈ ਜਿਨ ਪਛਾਤੀ। ਜਿਨ੍ਹਾਂ ਨੇ ਐਸੀ ਸੇਵਾ ਕਰਕੇ ਉਹਦਾ ਫਲ ਬਾਅਦ ਵਿੱਚ ਗੁਰਤਾ ਗੱਦੀ ਤੇ ਵੀ ਪਿੱਛੋਂ ਬਿਰਾਜਮਾਨ ਹੋਏ ਸੀ। ਐਸੇ ਗੁਰੂ ਅਮਰਦਾਸ ਜੀ। ਸੁਨਤ ਭਏ ਸੋ ਕਥਾ ਸੁਹਾਤੀ। ਜੋ ਬੜੀ ਸੋਭਨੀਕ ਗੁਰੂ ਸਾਹਿਬ ਜੀ ਸੁਖ ਦੇਣ ਵਾਲੀ ਕਥਾ ਹੈ, ਸੁੱਖਾਂ ਦਾ ਥਾਂ ਹੈ। ਉਸ ਕਥਾ ਨੂੰ ਗੁਰੂ ਅਮਰਦਾਸ ਜੀ ਵੀ ਸੁਣ ਰਹੇ ਸਨ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਬੈਠ ਕੇ। ਪੁਨ ਗੁਰਮੁਖ ਇੱਕ ਜੀਵਾ ਭਾਈ। ਫਿਰ ਤੀਸਰੇ ਜਿਹੜੇ ਸਰੋਤੇ ਹੈ ਜੋ ਭਾਈ ਜੀਵਾ ਜੀ ਸਨ, ਬੜੇ ਵੱਡੇ ਗੁਰਮੁਖ। ਮਨ ਬਚ ਕਰਮ ਜਿਨ ਸੇਵਕ ਮਾਈ। ਜਿਨ੍ਹਾਂ ਨੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਹੁਤ ਹੀ ਸੇਵਾ ਕਮਾਈ ਸੀ ਰਹਿੰਦੇ ਜੀਵਨ ਤੱਕ। ਸ੍ਰੀ ਅੰਗਦ ਹਿਤ ਭੋਜਨ ਤਿਆਰੀ। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਵਾਸਤੇ ਜੋ ਭੋਜਨ ਸਿੱਖ ਤਿਆਰ ਕਰਦਾ ਸੀ ਉਹ ਭਾਈ ਜੀਵਾ ਜੀ ਸਨ। ਕਰਤ ਪ੍ਰੀਤ ਸੋ ਰੁਚਿਰ ਸਵਾਰੀ। ਜੋ ਬੜੀ ਪ੍ਰੀਤੀ ਨਾਲ, ਬੜੇ ਪ੍ਰੇਮ ਭਾਵਨਾ ਨਾਲ ਬੜੇ ਸਵਾਦਲੇ ਤੇ ਸੁੰਦਰ ਭੋਜਨ ਤਿਆਰ ਕਰਦੇ ਸੀ। ਐਵੇਂ ਸਾਡੇ ਲੋਕਾਂ ਵਾਂਗ ਬੱਧਾ ਚੱਟੀ ਦਾ ਪੈਰਾ ਨਹੀਂ ਸੀ ਕਰਦੇ। ਪਾਰੋ ਜੁਲਕਾ ਪੁਨ ਸਿੱਖ ਏਕੂ। ਫਿਰ ਚੌਥੇ ਸਰੋਤੇ ਸੁਣਨ ਵਾਲਿਆਂ ਵਿੱਚੋਂ ਜੋ ਭਾਈ ਪਾਰੋ ਜੁਲਕਾ ਜੀ, ਬੜਾ ਇੱਕ ਸਿੱਖ ਮਹਾਨ ਵੱਡੇ ਬ੍ਰਹਮ ਗਿਆਨੀ। ਪਰਮਹੰਸ ਕੋ ਜਾਸ ਬੇਕੂ। ਜਿਨ੍ਹਾਂ ਨੂੰ ਪਰਮਹੰਸ ਕਿਹਾ ਜਾਂਦਾ ਸੀ, ਜਿਨ੍ਹਾਂ ਦੇ ਅੰਦਰ ਜੀਵ ਈਸ਼ ਦੀ ਏਕਤਾ ਦਾ ਗਿਆਨ ਭਾਵ ਆ ਗਿਆਨਵਾਨ ਬੜੇ ਸਨ, ਵੱਡੇ ਪਰਮਹੰਸ ਸਨ। ਤਜਨ ਅਸਾਰੰ ਸਾਰ ਗ੍ਰਹਿਤੀ। ਜੋ ਐਸੇ ਸਨ ਭਾਈ ਪਾਰੋ ਜੁਲਕਾ ਜੀ ਜਿਹੜੇ ਸਾਧ ਸੰਗ ਜੀ ਅਸਾਰੰਗ, ਵੀ ਝੂਠ ਕੀ ਹੈ ਤੇ ਸੱਚ ਕੀ ਹੈ, ਇਸ ਨੂੰ ਗ੍ਰਹਿਣ ਕਰਦੇ। ਸੱਚ ਨੂੰ ਗ੍ਰਹਿਣ ਕਰਦੇ ਸੀ, ਝੂਠ ਨੂੰ ਛੱਡਦੇ ਸੀ। ਅਸਾਰੰਗ ਸੰਸਾਰ ਨੂੰ ਮਿੱਥਿਆ ਜਾਣ ਕੇ ਛੱਡਦੇ ਸੀ, ਸਾਰ ਜੋ ਤਤ ਬ੍ਰਹਮ ਹੈ ਉਸ ਨੂੰ ਗ੍ਰਹਿਣ ਕਰਦੇ ਸੀ। ਫੋਗ ਨੂੰ ਜਿਹੜਾ ਤਿਆਗਦੇ ਸੀ, ਤਤ ਪਰਮੇਸ਼ਰ ਨੂੰ ਗ੍ਰਹਿਣ ਕਰਦੇ ਸੀ। ਪੈ ਅਪਕੀ ਜਿਉ ਹਸਨ ਰੀਤੀ। ਪੈ ਕਹੀਏ ਜਿਵੇਂ ਦੁੱਧ ਤੇ ਆ ਪਾਣੀ ਦੀ ਆ ਰੀਤੀ ਹੈ, ਜਿਵੇਂ ਹੰਸਾਂ ਦੀ ਰੀਤੀ ਹੈ। ਉਹ ਪਰਮਹੰਸ ਕੀ ਕਰਦੇ ਹੈ, ਦੁੱਧ ਵਿੱਚ ਪਾਣੀ ਪਾ ਦਿਓ, ਉਹਨਾਂ ਦੀ ਚੁੰਝ ਵਿੱਚ ਐਸੀ ਕਰਾਮਾਤ ਹੈ, ਉਹ ਦੁੱਧ ਪੀ ਲੈਂਦੇ, ਪਾਣੀ ਵਿੱਚੇ ਛੱਡ ਜਾਂਦੇ, ਪਾਣੀ ਅੱਡ ਹੀ ਕਰ ਜਾਂਦੇ ਜਦੋਂ ਚੁੰਝ ਪਾਉਂਦੇ ਹੈ। ਉਹ ਐਸੇ ਹੰਸ ਹੁੰਦੇ ਪਰਮਹੰਸ। ਇਸੇ ਤਰ੍ਹਾਂ ਭਾਈ ਪਾਰੋ ਜੁਲਕਾ ਜੀ ਪੂਰਨ ਬ੍ਰਹਮ ਗਿਆਨੀ ਪਰਮਹੰਸ ਸਨ, ਜਿਸ ਕਰਕੇ ਆ ਦੁੱਧ ਵਾਂਗ ਜੋ ਪਰਮੇਸ਼ਰ ਹੈ ਉਸ ਨੂੰ ਗ੍ਰਹਿਣ ਕਰਦੇ ਸੀ। ਸੰਸਾਰ ਜੋ ਪਾਣੀ ਵਾਂਗ ਇਹਦਾ ਤਿਆਗ ਕਰਦੇ ਸੀ। ਸੈਨ ਸਰਸ ਇੱਕ ਧਿੰਗਾ ਨਾਈ। ਤੇ ਪੰਜਵੇਂ ਜੋ ਸਰੋਤਿਆਂ ਵਿੱਚੋਂ ਜੋ ਭਗਤ ਸੈਣ ਜੀ ਹੈ ਉਹਨਾਂ ਦੇ ਸਮਾਨ, ਕਿਉਂਕਿ ਭਗਤ ਸੈਣ ਜੀ ਵੀ ਨਾਈ ਜਾਤ ਵਿੱਚੋਂ ਹੋਏ ਹੈ।
ਐਵੇਂ ਉਹਨਾਂ ਦੇ ਸਮਾਨ ਇੱਕ ਭਾਈ ਧਿੰਗਾ ਨਾਈ ਜੀ ਸੀ, ਜਿਨ ਸਿੱਖੀ ਕੀ ਰੀਤ ਕਮਾਈ। ਜਿਨ੍ਹਾਂ ਨੇ ਸਿੱਖੀ ਦੀ ਰੀਤੀ ਮਰਿਆਦਾ ਬੜੀ ਨੇਕੀ ਨਾਲ ਹੀ ਕਮਾਈ ਸੀ। ਭਾ ਮਰੀਦ ਮੁਰਦੇ ਕੀ ਨਿਆਈ। ਇਹਦੇ ਭਾਈ ਧਿੰਗਾ ਨਾਈ ਤੇ ਕਹਿੰਦੇ ਐਸਾ ਮਰੀਦ ਹੋਇਆ ਕਿ ਮੁਰਦਿਆਂ ਦੀ ਨਿਆਈ ਰਹਿੰਦਾ ਸੀ। ਜਿਵੇਂ ਮੁਰਦਾ ਮਰ ਜਾਂਦਾ ਤੇ ਕਦੀ ਕਿਸੇ ਨੂੰ ਜਵਾਬ ਨਹੀਂ ਦਿੰਦਾ, ਐਵੇਂ ਸੇਵਾ ਕਰਦਾ ਸੀ, ਕਦੀ ਜਵਾਬ ਨਹੀਂ ਸੀ ਦਿੰਦੇ। ਗੁਰੂ ਗੋਰ ਮਹਕੀਨ ਸਮਾਈ। ਗੁਰੂ ਦੇ ਹੁਕਮ ਰੂਪੀ ਗੋਰ ਕਬਰ ਦੇ ਵਿੱਚ ਸਮਾਈ ਕੀਤੀ ਸੀ। ਜਦੋਂ ਗੁਰੂ ਦੇ ਬਚਨ ਕਹਿ ਦਿੱਤਾ ਉਸੇ ਵੇਲੇ ਹੀ ਸੇਵਾ ਕਮਾਉਂਦੇ ਸੀ ਭਾਈ ਧਿੰਗਾ ਨਾਈ ਜੀ। ਇਤਿਆਦਿਕ ਜੋ ਸੇਵਕ ਪ੍ਰੇਮੀ। ਇਤਿਆਦਿਕ ਇਹਦੇ 5 ਸਿੱਖਾਂ ਦੇ ਸਰੋਤਿਆਂ ਦੇ ਵਜੋਂ ਨਾਮ ਆਏ ਹੈ। ਸਾਧ ਸੰਗਤ ਜੀ ਹੋਰ ਵੀ ਗੁਰੂ ਕੇ ਸਿੱਖ ਬੜੇ ਪ੍ਰੇਮੀ ਕਥਾ ਦੇ ਸੁਣਦੇ ਸੀ। ਭਏ ਕਥਾ ਸੁਣਨੇ ਕੇ ਨੇਮੀ। ਉਹ ਸਾਰੇ ਸਿੱਖ ਸੁਣਨ ਦੇ ਬੜੇ ਨੇਮੀ ਹੋ ਗਏ, ਕਿਤੇ ਨਾਗਾ ਨਹੀਂ ਸੀ ਕਰਦੇ ਕਥਾ ਵਿੱਚ। ਅਪਰ ਮਨੁਜ ਆਵਹਿ ਕਰ ਹੇਤੂ। ਹੋਰ ਤੇ ਸਿੱਖ ਦੇ ਕੀ ਜਿਹੜੇ ਹੋਰ ਵੀ ਜਾਤਾਂ ਦੇ ਸਿੱਖ ਭਾਵ ਜਿਹੜੇ ਗੁਰੂ ਜੀ ਨਾਲ ਪ੍ਰੇਮ ਕਰਨ ਵਾਲੇ ਉਹ ਵੀ ਇਕੱਠੇ ਹੋ ਕੇ ਬਹੁਤੇ ਮਨੁੱਖ ਆਉਂਦੇ ਐ। ਸੁਨਹਿ ਕਥਾ ਬੇਦੀ ਕੁਲ ਕੇਤੂ। ਜੋ ਕਥਾ ਸੁਣਦੇ ਐ ਬੇਦੀਆਂ ਦੀ ਕੁਲ ਦੇ ਜੋ ਨਿਸ਼ਾਨ ਹੈ ਗੁਰੂ ਨਾਨਕ ਸਾਹਿਬ ਜੀ, ਬੇਦੀ ਵੰਸ਼ ਦੇ ਜੋ ਧੁਜਾ ਰੂਪ ਹੈ ਮਹਾਨ ਹੈ ਸਤਿਗੁਰੂ, ਉਹਨਾਂ ਦੀ ਕਥਾ ਸੁਣਦੇ ਸੁਖਦਾਈ। ਦੋਹਰਾ ਬਾਲਾ ਕਰਤ ਉਚਾਰ ਮੁਖ। ਇਹ ਇੱਥੇ ਹੁਣ ਸਾਰਾ ਨਿਰਣਾ ਕਰਕੇ ਦੱਸ ਰਹੇ ਇਸ ਧਿਆਨ ਦੇ ਨਾਲ ਕਿ ਭਾਈ ਬਾਲਾ ਜੀ ਜੋ ਸਨ ਉਹ ਮੁਖੋਂ ਇਹ ਕਥਾ ਉਚਾਰਨ ਕਰਦੇ ਸੀ। ਪੈੜੇ ਲਿਖੀ ਸੁਧਾਰ। ਭਾਈ ਪੈੜਾ ਮੁਖਾ ਗੁਰਮੁਖੀ ਦੇ ਅੱਖਰਾਂ ਵਿੱਚ ਬੜੀ ਸੁਧਾਰ ਕੇ ਬੜੀ ਚੰਗੀ ਲਿਖਾਈ ਦੇ ਵਿੱਚ ਲਿਖਦੇ ਐ। ਲਿਖਵਾਈ ਅੰਗਦ ਗੁਰੂ। ਤੇ ਇਹ ਜਿਹੜੀ ਕਥਾ ਸਾਰੀ ਆਪਾਂ ਸਰਵਣ ਕਰਨੀ ਹੈ, ਲਿਖਵਾਈ ਕਿਹਨਾਂ ਨੇ ਹੈ? ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਗੁਰੂ ਜਗ ਕੇ ਕਾਜ ਉਧਾਰ। ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਉਧਾਰ। ਕਿਸ ਕਰਕੇ ਗੁਰੂ ਸਾਹਿਬ ਜੀ ਨੇ ਲਿਖਵਾਈ ਹੈ? ਜਗਤ ਦੇ ਉਧਾਰ ਵਾਸਤੇ। ਨਹੀਂ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਕਥਾ ਦੀ ਕੀ ਜ਼ਰੂਰਤ ਸੀ? ਇਹਦੇ ਸਾਡੇ ਭਲੇ ਵਾਸਤੇ ਵੀ ਇਹ ਗੁਰੂ ਕੇ ਸਿੱਖ ਸੁਣਨ ਤੇ ਉਹਨਾਂ ਦਾ ਆਧਾਰ ਹੋਵੇ। ਇਹ ਜਗਤ ਦੇ ਭਲੇ ਵਾਸਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਥਾ ਲਿਖਵਾਈ। ਭਾਈ ਬਾਲਾ ਜੀ ਉਚਾਰਦੇ ਸਨ, ਭਾਈ ਪੈੜਾ ਮੁਖਾ ਜੀ ਇਸ ਕਥਾ ਨੂੰ ਲਿਖਦੇ ਸੀ ਗੁਰਮੁਖੀ ਅੱਖਰਾਂ ਵਿੱਚ। ਸੋ ਸੁਨ ਵਰਣਨ ਕਰਤ ਕਵ। ਉਹ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਹੈ ਉਹਨੂੰ ਸੁਣ ਪੜ੍ਹ ਕੇ ਮੈਂ ਕਵੀ ਭਾਈ ਸੰਤੋਖ ਸਿੰਘ ਵਰਣਨ ਕਰ ਰਿਹਾ ਹਾਂ। ਛੰਦ ਚੌਪਈ ਬੰਦ। ਇਸ ਤਰ੍ਹਾਂ ਚੌਪਈ ਛੰਦਾਂ, ਕਵਿਤ ਛੰਦਾਂ ਤੇ ਦੋਹਰਿਆਂ ਆਦਿਕ ਛੰਦਾਂ ਵਿੱਚ ਬੰਦ ਗੁੰਥਨ ਕਰਕੇ, ਕਾਵਿ ਦੇ ਨਿਯਮਾਂ ਵਿੱਚ ਬੰਦ ਕਰਕੇ ਸ੍ਰੀ ਨਾਨਕ ਪਰਮਾਤਮਾ ਜੋ ਸੋਭਾ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੈ, ਜੋ ਪਰਮ ਆਤਮਾ ਪਰਮੇਸ਼ਰ ਰੱਬ ਹੈ। ਬੰਧਨ ਕਰ ਸੁਖ ਕੰਦ। ਉਹ ਸਤਿਗੁਰੂ ਜੋ ਸੁਖ ਦੇ ਦਾਤੇ ਹੈ, ਸੁਖ ਦਾ ਫਲ ਹੈ, ਸੁਖ ਦੀ ਜੜ ਹੈ, ਉਸ ਸੁਖ ਦਾ ਜੋ ਬੱਦਲ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਮੈਂ ਕਵੀ ਸਾਧ ਸੰਗਤ ਜੀ ਕਥਾ ਲਿਖ ਰਿਹਾ ਹਾਂ, ਜਿਸ ਨੂੰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਲਿਖਵਾਇਆ ਹੈ। ਭਾਈ ਪੈੜਾ ਮੁਖਾ ਜੀ ਨੇ ਲਿਖੀ ਹੈ, ਭਾਈ ਬਾਲਾ ਜੀ ਨੇ ਕਥਾ ਮੁਖੋਂ ਉਚਾਰਨ ਕੀਤੀ ਹੈ। ਇਸ ਤਰ੍ਹਾਂ ਮੈਂ ਉਹ ਕਥਾ ਲਿਖਵਾ ਰਿਹਾ ਹਾਂ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਪ੍ਰਸੰਗ ਸੰਪੂਰਨ ਹੋ ਗਿਆ ਹੈ। ਅੱਗੇ ਜਿਵੇਂ ਕਥਾ ਆਵੇਗਾ ਆਪਾਂ ਸਰਵਣ ਕਰਾਂਗੇ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਸਮਾਪਤੀ ਹੈ। ਸੋ ਸੁਨ ਵਰਣਨ ਕਰਤ ਕਵ। ਛੰਦ ਚੌਪਈ ਬੰਦ। ਸ੍ਰੀ ਨਾਨਕ ਪਰਮਾਤਮਾ ਬੰਧਨ ਕਰ ਸੁਖ ਕੰਦ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਪਤਰੀ ਆਨਨ ਪ੍ਰਸੰਗ ਵਰਣਨ ਨਾਮ ਦਤੀਓ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਪਹਿਲੇ ਹਿੱਸੇ ਦਾ ਜਿਹੜਾ ਪੱਤਰੀ ਲਿਆਉਣ ਦਾ ਪ੍ਰਸੰਗ ਜਿਹੜਾ ਸਾਧ ਸੰਗਤ ਜੀ ਵਰਣਨ ਕੀਤਾ, ਦੂਜਾ ਅਧਿਆਇ ਤੇ ਇਤੀ ਕਈ ਸਮਾਪਤ ਹੋ ਗਿਆ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤਕਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਰਨ ਚਰਨ ਰੱਖਿਆ